ਭੱਠਲ जी ਨੂੰ ਸੁਣਦੇ ਹਾਂ। ਕਵਿਤਾ ਹੈ ਕਵਿਤਾ ਦਾ ਸੰਕਟ। ਹੁਣ ਸਾਡੀਆਂ ਕਵਿਤਾਵਾਂ ਵਿੱਚੋਂ ਗਾਇਬ ਹੁੰਦੇ ਜਾ ਰਹੇ ਹਨ। ਕੁਦਰਤ ਨਾਲ ਸਾਡੇ ਰਿਸ਼ਤਿਆਂ ਦੇ ਵੰਨ ਸਵੰਨੇ ਬੋਲ ਤੇ ਮਨਮਰਜ਼ੀ ਦੇ ਚੋਲ ਹੁਣ ਗਾਇਬ ਹੁੰਦੇ ਜਾ ਰਹੇ ਹਨ। ਹੁਣ ਤਾਂ ਰਵਾਇਤੀ ਬਿਰਖਾਂ ਦੇ ਨਾਮ ਵੀ ਗਾਇਬ ਨੇ ਕਵੀ ਦੀਆਂ ਕਾਵਿ ਸਤਰਾਂ 'ਚ। ਇਹ ਵੀ ਅਲੋਕਾਰ ਨਹੀਂ ਹੋਵੇਗਾ ਜਦੋਂ ਮਾਂ ਬਾਪ ਦੇ ਲਾਡਮਈ ਸ਼ਬਦ, ਸੰਬੰਧੀਆਂ ਦੇ ਮੋਹ ਭਰੇ ਬੋਲ, ਮਹਿਬੂਬ ਦੇ ਅਤਰ ਭੇਜੇ ਖਤਾਂ ਦੇ ਤਲਿਸਮੀ ਹਰਫ ਦੇਖਦੇ ਦੇਖਦੇ ਸਭ ਸਾਡੀਆਂ ਕਵਿਤਾਵਾਂ ਤੋਂ ਇੱਕ ਦਿਨ ਖਾਰਿਜ ਹੋ ਜਾਣਗੇ। ਕਵਿਤਾ ਦੇ ਮੋਹ ਵੰਨੇ ਅਨੁਭਵੀ ਹਿਜਰ ਵਸਲ ਦੇ ਸਾਰੇ ਹਾਵ ਭਾਵ ਬੇਅਰਥੇ ਹੋ ਜਾਣਗੇ ਕਵਿਤਾ ਲਈ। ਕਵਿਤਾ ਦੇ ਮੋਹ ਵੰਤੇ ਅਨੁਭਵੀ ਹਿਜਰ ਵਸਲ ਦੇ ਸਾਰੇ ਹਾਵ ਭਾਵ ਬੇਅਰਥੇ ਹੋ ਜਾਣਗੇ ਕਵਿਤਾ ਲਈ। ਨਵੇਂ ਤੋਂ ਨਵੇਂ ਅਜੀਬੋ ਗਰੀਬ ਪ੍ਰਤੀਕ ਅਲੰਕਾਰ ਫੁੱਟ ਲੈਣਗੇ ਸਹਿਮੀ ਹੋਈ ਕਵਿਤਾ ਦੇ ਸਾਹ। ਸਰੋਤੇ ਵੀ ਸਰੋਤੇ ਨਹੀਂ ਰਹਿਣੇ, ਉਦੋਂ ਸਰੋਤੇ ਵੀ ਸਰੋਤੇ ਨਹੀਂ ਰਹਿਣੇ। ਸਿਰਫ ਕੁਰਸੀਆਂ ਹੋਣਗੀਆਂ, ਤਾੜੀਆਂ ਨਹੀਂ ਵੱਜਣੀਆਂ, ਮੱਥਿਆਂ 'ਤੇ ਹੱਥ ਵੱਜਣਗੇ। ਸ਼ਬਦ ਵੀ ਨੀਰਸ ਸਾਹ ਸਤਹੀਨ ਜਿਹੇ ਬਸ ਜੁਗਾਲੀ ਕਰਿਆ ਕਰਨਗੇ। ਗੂੰਗਿਆਂ ਬਹਿਰਿਆਂ ਦੀ ਸਜੀ ਸਜਾਈ ਮਹਿਫਲ ਵਿੱਚ ਇਹ ਕਿਹਾ ਸੰਕਟ ਹੈ ਕਵਿਤਾ ਲਈ। ਇਹ ਕਿਹਾ ਸੰਕਟ ਹੈ ਜੋ ਆਏਗਾ ਕਵਿਤਾ ਲਈ। ਰੱਬ ਕਰੇ ਇਹ ਦਿਨ ਨਾ ਚੁੱਕੇ। आओ जी सुशील दोसांझ जी, तो इस तो बाद बरजिंदर चौहान अपनी गज़ल लैके तुहाडे सामने आउणगे। हाले सुशील दोसांझ जी ਨੂੰ सुनते हैं। पहली नज़र मैं एयरपोर्ट रोड से सैर करदियां एयरपोर्ट रोड से सैर करदियां देखदा सिर तो दी गोली की रफ्तार नाल लंघे जंगी जहाज़ ਨੂੰ। एयरपोर्ट रोड से सैर करदियां देखदा सिर तो दी गोली की रफ्तार नाल लंघे जंगी जहाज़ ਨੂੰ। कोलों ਦੀ लंघ रहा मजदूर परिवार, सब तो अगे 5 साल का बच्चा एक पैर मोड़िया होया। आकाश विच जंगी जहाज़ की चिट्टे धुएं की लकीर लिख रही है मौत की इबारत। धरत ते लिख रहा है मासूम बाल का मुड़िया हुआ पैर जिंदगी का गीत। एक नज़म है ना कुना। अद्भुत कला है होरां दे ना कुना रखना भी। डॉक्टर साहब, अद्भुत कला है होरां दे ना कुना रखना भी। कई बार बचपन दे ना कुना पीढ़ियां का सफ़र तय कर दे। मेरे मित्र मैनू कन कह कह के चिड़ाउंदे, मेरे मित्र मैनू कन कह कह के चिड़ाउंदे। उदों मेरा मूँह पिचकिया होया जिवें भोखड़े का शिकार होवां। गल्लां अंदर धसियां होईयां बस कन ही दीदे मेरे। मित्रां ने कन कह कह के छेड़ना, मैं खिजण की थां ते खुद कन कन दोहराउणा। मित्र हौली हौली हट गए मैनू छेड़नों कन कह कह के। हुण शरीर बोझल हो गया, सिर्फ कन नहीं दीदे मेरे। फिर भी कोई कोई मित्र कदे कदे फोन उत्ते मैनू कन कहंदा तां मैनू खिज चढ़दी। अचानक एक दिन बेटा मेरा सुना रहा सी कितों पढ़ के, कवि धरती दे कन हुंदे ने जो मिट्टी के दुख सुन के हवावां नूं दसदे ने। अचानक एक दिन बेटा मेरा सुना रहा सी कितों पढ़ के, कवि धरती के कन हुंदे ने जो मिट्टी के दुख सुन के हवावां नूं दसदे ने। मैं सारे का सारा कन हो के ये इबारत बेटे कोलों फिर सुनदा हाँ ते किसी मित्र का फोन उड़ीकदा हाँ जो मैनू कन कह के बुलावे। मेहरबानी, शुक्रिया। बरजिंदर चौहान अपनी गज़ल लैके आ रहे हैं।
ਉਸ ਤੋਂ ਬਾਅਦ ਮੰਚ ਤੋਂ ਹੁਕਮ ਹੋਇਆ ਕਿ ਦਰਸ਼ਨ ਬੁੱਟਰ ਜੀ ਆਪਣੀ ਨਜ਼ਮ ਤੁਹਾਡੇ ਨਾਲ ਸਾਂਝੀ ਕਰਨਗੇ। ਪਹਿਲਾਂ ਬਰਜਿੰਦਰ ਚੌਹਾਨ। ਕਿ ਬੀਤੇ ਸਮਿਆਂ ਬਾਰੇ ਦੱਸਦਾ, ਲੰਮੇ ਹੋ ਕੇ ਭਰਦਾ ਉਹ। ਬੀਤੇ ਸਮਿਆਂ ਬਾਰੇ ਦੱਸਦਾ, ਲੰਮੇ ਹੋ ਕੇ ਭਰਦਾ ਉਹ। ਫੇਰ ਅਚਾਨਕ ਚੁੱਪ ਹੋ ਜਾਵੇ, ਗੱਲਾਂ ਕਰਦਾ ਕਰਦਾ ਉਹ। ਬੀਤੇ ਸਮਿਆਂ ਬਾਰੇ ਦੱਸਦਾ, ਲੰਮੇ ਹੋ ਕੇ ਭਰਦਾ ਉਹ। ਫੇਰ ਅਚਾਨਕ ਚੁੱਪ ਹੋ ਜਾਵੇ, ਗੱਲਾਂ ਕਰਦਾ ਕਰਦਾ ਉਹ। ਔਰ ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੋਹਿਆਂ ਨੂੰ। ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੋਹਿਆਂ ਨੂੰ। ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਨਕਸ਼ਾ ਉਸ ਘਰ ਦਾ ਉਹ। ਹਿਜਰਤ ਵੇਲੇ ਜਿੰਦਰੇ ਲਾ ਆਇਆ ਸੀ ਜਿਸ ਦੇ ਬੋਹਿਆਂ ਨੂੰ। ਲੋਕਾਂ ਨੂੰ ਸਮਝਾਉਂਦਾ ਰਹਿੰਦਾ ਹੈ ਨਕਸ਼ਾ ਉਸ ਘਰ ਦਾ ਉਹ। ਔਰ ਵੇਲ ਨਹੀਂ ਇੱਕ ਪਲ ਦੀ ਉਸ ਨੂੰ ਇਸੇ ਅਦਲਾ ਬਦਲੀ ਤੋਂ। ਵੇਲ ਨਹੀਂ ਇੱਕ ਪਲ ਦੀ ਉਸ ਨੂੰ ਇਸੇ ਅਦਲਾ ਬਦਲੀ ਤੋਂ। ਸਾਰਾ ਦਿਨ ਯਾਦਾਂ ਨੂੰ ਚੁੱਕ ਕੇ ਇੱਧਰ ਉੱਧਰ ਧਰਦਾ ਉਹ। ਵੇਲ ਨਹੀਂ ਇੱਕ ਪਲ ਦੀ ਉਸ ਨੂੰ ਇਸੇ ਅਦਲਾ ਬਦਲੀ ਤੋਂ। ਸਾਰਾ ਦਿਨ ਯਾਦਾਂ ਨੂੰ ਚੁੱਕ ਕੇ ਇੱਧਰ ਉੱਧਰ ਧਰਦਾ ਉਹ। ਔਰ ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਨਿੱਘ ਇਹਨਾਂ ਦਾ ਚੇਤੇ ਕਰਕੇ ਸਿਖਰ ਦੁਪਹਿਰੇ ਠਰਦਾ ਉਹ। ਮਿੱਤਰ ਬੇਲੀ ਰਿਸ਼ਤੇ ਨਾਤੇ ਸਾਂਝ ਮੁਹੱਬਤ ਆਪਣਾਪਨ। ਨਿੱਘ ਇਹਨਾਂ ਦਾ ਚੇਤੇ ਕਰਕੇ ਸਿਖਰ ਦੁਪਹਿਰੇ ਠਰਦਾ ਉਹ। ਔਰ ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਹੁਣ ਵੀ ਰੋਵੇ ਹਾਲ ਸੁਣਾਉਂਦਾ ਆਪਣੇ ਉਸ ਸਫ਼ਰ ਦਾ ਉਹ। ਜਿਸਮਾਂ ਨਾਲ ਜਦੋਂ ਰਾਹਾਂ ਵਿੱਚ ਰੂਹਾਂ ਵੀ ਜ਼ਖਮੀ ਹੋਈਆਂ। ਹੁਣ ਵੀ ਰੋਵੇ ਹਾਲ ਸੁਣਾਉਂਦਾ ਆਪਣੇ ਉਸ ਸਫ਼ਰ ਦਾ ਉਹ। ਰਿਆਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਯਾਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਪਰ ਮਜ਼ਹਬ ਦੇ ਨਾਂ ਤੋਂ ਖੌਰੇ ਕਿਹੜੀ ਗੱਲੇ ਡਰਦਾ ਉਹ। ਯਾਦ ਖੁਦਾ ਨੂੰ ਕਰਦਾ ਰਹਿੰਦਾ ਉੱਠਦਾ ਬਹਿੰਦਾ ਹਰ ਵੇਲੇ। ਪਰ ਮਜ਼ਹਬ ਦੇ ਨਾਂ ਤੋਂ ਖੌਰੇ ਕਿਹੜੀ ਗੱਲੇ ਡਰਦਾ ਉਹ। ਬੀਤੇ ਸਮਿਆਂ ਬਾਰੇ ਦੱਸਦਾ, ਲੰਮੇ ਹੋ ਕੇ ਭਰਦਾ ਉਹ। ਫੇਰ ਅਚਾਨਕ ਚੁੱਪ ਹੋ ਜਾਵੇ, ਗੱਲਾਂ ਕਰਦਾ ਕਰਦਾ ਉਹ। ਮਿਹਰਬਾਨੀ। ਬਰਜਿੰਦਰ ਚੌਹਾਨ ਹੋਰਾਂ ਨੂੰ ਸੁਣਿਆ ਤੁਸੀਂ। ਹੁਣ ਗੁਜ਼ਾਰਿਸ਼ ਹੈ ਕਿ ਸਾਡੇ ਕੇਂਦਰੀ ਪੰਜਾਬੀ ਲਿਖ ਸਭਾ ਦੇ ਪ੍ਰਧਾਨ ਭਾਈ ਕਾਹਨ ਸਿੰਘ ਰਚਨਾ ਵਿਚਾਰ ਮੰਚ ਨਾਭਾ ਦੇ ਪ੍ਰਧਾਨ ਅਤੇ ਸਾਡੇ ਵੱਡੇ ਸ਼ਾਇਰ ਸ਼੍ਰੋਮਣੀ ਕਵੀ ਭਾਰਤੀ ਸਾਹਿਤ ਅਕਾਦਮੀ ਜੇਤੂ ਕਵੀ ਨਿੱਕੀਆਂ ਨਿੱਕੀਆਂ ਦੋ ਦੋ ਸਤਰੀ ਆਪਣੀਆਂ ਤਿੰਨ ਚਾਰ ਨਜ਼ਮਾਂ ਨਾਲ ਇੱਕੋ ਨਜ਼ਮ ਜਿੰਨਾ ਸਮਾਂ ਰਹੇਗਾ ਦਰਸ਼ਨ ਬੁੱਟਰ ਜੀ। ਇਹਨਾਂ ਤੋਂ ਬਾਅਦ ਰਤਿੰਦਰ ਸੰਧੂ ਜੀ ਅੰਮ੍ਰਿਤਸਰ ਤੋਂ ਕੂਣੀ ਮਾਰਦੇ ਆ। ਇਹ ਛੋਟੀਆਂ ਨਜ਼ਮਾਂ 'ਚ ਛੋਟੀ ਛੋਟੀ ਕੂਣੀ ਮਾਰੀ ਹੋਈ ਆ। ਅਜੇ ਕੱਲ੍ਹ ਦੀ ਤਾਂ ਗੱਲ ਹੈ, ਅਸੀਂ ਜਾਨਵਰ ਸਾਂ। ਅਜੇ ਕੱਲ੍ਹ ਦੀ ਤਾਂ ਗੱਲ ਹੈ, ਅਸੀਂ ਜਾਨਵਰ ਸਾਂ। ਲੱਗ ਹੀ ਜਾਣਗੀਆਂ ਕੁਝ ਸਦੀਆਂ ਅੰਦਰਲੇ ਜਾਨਵਰ ਤੋਂ ਮੁਕਤ ਹੋਣ ਲਈ। ਨੇੜਿਓਂ ਤੱਕਿਆਂ ਦੂਰ ਹੋ ਜਾਂਦੇ ਹਾਂ ਕਈ ਵੇਰ। ਨੇੜਿਓਂ ਤੱਕਿਆਂ ਦੂਰ ਹੋ ਜਾਂਦੇ ਹਾਂ ਕਈ ਵੇਰ। ਵਾਰ-ਵਾਰ ਆਪਣਾ ਆਖਿਆਂ
ਬੇਗਾਨਗੀ ਦਾ ਅਹਿਸਾਸ ਹੋਣ ਲੱਗਦਾ। ਜਦੋਂ ਮੈਂ ਸਿਕੰਦਰ ਸੀ ਤਾਂ ਰਾਹ ਦਿੱਤਾ ਦਰਿਆਵਾਂ ਨੇ, ਜਦੋਂ ਮੈਂ ਰਾਹ ਬਣਿਆ ਦਰਿਆ ਵੀ ਸਿਕੰਦਰ ਹੋ ਗਏ। ਕੀ ਪਤਾ ਸੀ ਸੁਪਨੇ 'ਚ ਲਿਖੀ ਨਜ਼ਮ ਇੰਨੀ ਗੁਸਤਾਖ ਹੋ ਜਾਏਗੀ ਕਿ ਸਿਰ ਫੜ ਕੇ ਬਹਿ ਜਾਣਗੇ 35 ਦੇ 35 ਅੱਖਰ। ਹੋਰਾਂ ਨੂੰ ਮੱਤਾਂ ਦੇਣ ਲਈ ਨੇ ਸਾਡੀਆਂ ਨਜ਼ਮਾਂ ਨਸੀਹਤਾਂ, ਹੋਰਾਂ ਨੂੰ ਮੱਤਾਂ ਦੇਣ ਲਈ ਨੇ ਸਾਡੀਆਂ ਨਜ਼ਮਾਂ ਨਸੀਹਤਾਂ। ਲਿਖ ਲਿਖ ਕਵਿਤਾ ਆਪਣੇ ਆਪ ਨੂੰ ਕੌਣ ਪੜ੍ਹਦਾ। ਪੜ੍ਹਨ ਲੱਗਿਆਂ ਕਿਤਾਬ ਦਾ ਅਜੇ ਪਹਿਲਾ ਹੀ ਪੰਨਾ ਪਲਟਿਆ, ਜ਼ਿਲਦ ਉਖੜ ਵੀ ਗਈ। ਉਮਰਾਂ ਦੇ ਸ਼ਿਕਵੇ ਆਪਾਂ ਹੁਣੇ ਹੀ ਮੁਕਾ ਲਈਏ, ਬਸ ਇੰਨਾ ਕੁ ਆਖਣ ਨਾਲ ਹੀ ਮੁੱਕ ਗਿਆ ਸਭ ਕੁਝ। ਮਿਹਰਬਾਨੀ। ਅਰਤਿੰਦਰ ਸੰਧੂ ਜੀ ਅੰਮ੍ਰਿਤਸਰ ਤੋਂ। ਇਹਦਾ ਸਿਰਲੇਖ ਹੈ, ਤੂੰ ਕੀ ਹੈ ਮੇਰੀ ਕਵਿਤਾ। ਕਵਿਤਾ ਕਵਿਤਾ ਤੂੰ ਮੇਰੀ ਬੇਟੀ ਹੈ। ਕਵਿਤਾ ਤੂੰ ਮੇਰੀ ਬੇਟੀ ਹੈ, ਮੇਰੇ ਭਾਵਾਂ ਨਾਲ ਮਚਲਦੀ ਤੁਰਦੀ, ਮੇਰੇ ਸਾਹਾਂ ਦੇ ਗਲਿਆਰਿਆਂ ਦੇ ਵਿੱਚ ਵਿਚਾਲੇ ਲਿਪਟ ਲਿਪਟ ਜਾਂਦੀ, ਕਦੇ ਲਪੇਟ ਲੈਂਦੀ ਮੈਨੂੰ। ਤੂੰ ਮੇਰੀ ਸਖੀ ਹੈ, ਮੇਰੀ ਇਕੱਲ ਦਾ ਹੱਥ ਫੜ ਘੁਮਾ ਲਿਆਉਂਦੀ ਅੰਦਰੋਂ ਮੇਰਿਓ, ਪਲੋਸ ਦੀ ਪੀੜਾਂ ਨੂੰ ਚੁਣ ਚੁਣ ਸਹਿਲਾਉਂਦੀ ਜ਼ਖਮਾਂ ਨੂੰ। ਕਵਿਤਾ ਤੂੰ ਮੇਰੀ ਮਾਂ ਹੈ। ਕਵਿਤਾ ਤੂੰ ਮੇਰੀ ਮਾਂ ਹੈ, ਜੋੜਦੀ ਮੇਰੇ ਸਾਹਾਂ ਦੀਆਂ ਟੁੱਟਦੀਆਂ ਤੰਦਾਂ, ਜੋੜਦੀ ਮੇਰੇ ਸਾਹਾਂ ਦੀਆਂ ਟੁੱਟਦੀਆਂ ਤੰਦਾਂ, ਫਿਰਦੀ ਮੇਰੇ ਪਿੱਛੇ ਪਿੱਛੇ ਖੰਡਰਾਂ ਬਿਆਬਾਨਾਂ ਵਿੱਚ, ਫਿਰਦੀ ਮੇਰੇ ਪਿੱਛੇ ਪਿੱਛੇ ਖੰਡਰਾਂ ਬਿਆਬਾਨਾਂ ਵਿੱਚ, ਮੇਰੀਆਂ ਭਟਕਦੀਆਂ ਸੋਚਾਂ ਨੂੰ ਲਪੇਟ ਸ਼ਬਦਾਂ ਦੇ ਕਲਾਵੇ ਵਿੱਚ ਲਾ ਲੈਂਦੀ ਗੱਲ ਨਾਲ। ਕਵਿਤਾ ਤੂੰ ਮੇਰਾ ਪਿਤਾ ਹੈ। ਕਵਿਤਾ ਤੂੰ ਮੇਰਾ ਪਿਤਾ ਹੈ, ਜੀਣ ਦੀਆਂ ਤਿੱਖੜ ਧੁੱਪਾਂ, ਥਲਾਂ ਦੀਆਂ ਕੰਡਿਆਰੀਆਂ ਚੁੱਪਾਂ, ਗਮਾਂ ਦੇ ਰੋੜ ਲਿਜਾਣ ਆਏ ਹੜਾਂ ਤੇ ਸ਼ੂਕ ਦੇ ਤੂਫਾਨਾਂ ਤੋਂ ਉਂਗਲੀ ਫੜਾ ਬਚਾ ਕੇ ਲੈ ਜਾਵੇਂ ਸਦਾ। ਕਵਿਤਾ ਕਵਿਤਾ ਤੂੰ ਮੇਰਾ ਮਹਿਬੂਬ ਹੈ। ਕਵਿਤਾ ਤੂੰ ਮੇਰਾ ਮਹਿਬੂਬ ਹੈ, ਸਦੀਆਂ ਤਰਸਾਉਣਾ, ਚਾਣਚੱਕ ਆਉਣਾ, ਸਾਹਮਣੇ ਬਿਠਾਉਣਾ, ਭੁਲਾ ਦੇਣੇ ਸ਼ਿਕਵੇ ਸਾਰੇ। ਤੂੰ ਕਵਿਤਾ ਤੂੰ ਕਿਤੇ ਮੈਂ ਹੀ ਤਾਂ ਨਹੀਂ, ਮੇਰੀ ਦੁਫਾੜਤਾ ਦਾ ਫਾੜ, ਮੇਰੀ ਦੁਫਾੜਤਾ ਦਾ ਫਾੜ ਗੁੰਮ ਜਾਵੇਂ ਅੰਦਰ ਮੇਰੇ, ਤੇ ਲੱਭਦੀ ਫਿਰਾਂ ਮੈਂ ਜੰਗਲ ਵੇਲੇ ਆਪਣੀ ਹੀ ਮਹਿਕ ਨੂੰ। ਤੇਰਾ ਹੋਣਾ ਮੇਰਾ ਹੋਣਾ, ਤੇਰਾ ਹੋਣਾ ਮੇਰਾ ਹੋਣਾ, ਅਹਿਸਾਸ ਪਰ ਜੀਣਾ ਤੇ ਪੁੱਛਦੇ ਰਹਿਣਾ, ਤੂੰ ਕੀ ਹੈ ਮੇਰੀ ਕਵਿਤਾ। ਸ਼ੁਕਰੀਆ। ਤੇ ਹੁਣ ਡਾਕਟਰ ਅਮਰਜੀਤ ਕੌਂਕੇ। ਸ਼ਾਮ ਢਲੇ ਤੋਂ ਉਹ ਸੰਘਣੇ ਰੁੱਖਾਂ ਕੋਲ ਆਉਂਦਾ, ਸਾਈਕਲ ਤੋਂ ਉਤਰ ਕੇ ਹੈਂਡਲ ਦੇ ਨਾਲੋਂ ਝੋਲਾ ਲਾਉਂਦਾ, ਘੰਟੀ ਵਜਾਉਂਦਾ। ਸ਼ਾਮ ਢਲੇ ਤੋਂ ਉਹ ਸੰਘਣੇ ਰੁੱਖਾਂ ਕੋਲ ਆਉਂਦਾ, ਸਾਈਕਲ ਤੋਂ ਉਤਰ ਕੇ ਹੈਂਡਲ ਨਾਲੋਂ ਝੋਲਾ ਲਾਉਂਦਾ, ਘੰਟੀ ਵਜਾਉਂਦਾ। ਘੰਟੀ ਦੀ ਟਨਾ ਟਨ ਸੁਣ ਕੇ ਬਿਰਖਾਂ ਤੋਂ ਉੱਡਦੇ ਨਿੱਕੇ ਨਿੱਕੇ ਪੰਛੀ ਆਉਂਦੇ। ਘੰਟੀ ਦੀ ਟਨਾ ਟਨ ਸੁਣ ਕੇ ਬਿਰਖਾਂ ਤੋਂ ਉੱਡਦੇ ਨਿੱਕੇ ਨਿੱਕੇ ਪੰਛੀ ਆਉਂਦੇ। ਉਹਦੇ ਸਿਰ ਤੇ ਕੁਝ ਉਸਦੇ ਮੋਢਿਆਂ ਤੇ ਬੈਠ ਜਾਂਦੇ, ਕੁਝ ਸਾਈਕਲ ਦੇ ਹੈਂਡਲ ਉੱਤੇ ਜਿਵੇਂ ਦਾਵਤ ਖਾਣ ਲਈ ਆਣ ਸੱਜਦੇ ਸ਼ਾਹੀ ਮਹਿਮਾਨ।
ਉਹ ਆਪਣੇ ਝੋਲੇ ਵਿੱਚੋਂ ਦਾਣਿਆਂ ਦੀ ਇੱਕ ਮੁੱਠ ਕੱਢਦਾ। ਉਹ ਆਪਣੇ ਝੋਲੇ ਵਿੱਚੋਂ ਦਾਣਿਆਂ ਦੀ ਇੱਕ ਮੁੱਠ ਕੱਢਦਾ, ਆਪਣੀ ਹਥੇਲੀ ਖੋਲ੍ਹਦਾ। ਪੰਛੀ ਉਸ ਦੇ ਹੱਥਾਂ ਤੇ ਬੈਠ ਕੇ ਦਾਣੇ ਚੁਗਣ ਲੱਗਦੇ, ਚਹਿਚਹਾਉਂਦੇ। ਉਸ ਦੇ ਹੱਥ ਉਹਨਾਂ ਲਈ ਪਲੇਟਾਂ ਜਿਵੇਂ ਸ਼ਾਹੀ ਦਾਵਤ ਵਾਲੀਆਂ ਸੋਨੇ ਚਾਂਦੀ ਦੀਆਂ। ਚੋਗਾ ਚੁੱਕ ਕੇ ਪੰਛੀ ਉੱਡ ਜਾਂਦੇ, ਚੋਗਾ ਚੁੱਕ ਕੇ ਪੰਛੀ ਉੱਡ ਜਾਂਦੇ। ਉਹ ਆਦਮੀ ਖਾਲੀ ਝੋਲਾ ਹੈਂਡਲ ਤੇ ਲਟਕਾਉਂਦਾ, ਘੰਟੀ ਵਜਾਉਂਦਾ ਚਲਾ ਜਾਂਦਾ। ਚੋਗਾ ਚੁੱਕ ਕੇ ਪੰਛੀ ਉੱਡ ਜਾਂਦੇ। ਉਹ ਆਦਮੀ ਖਾਲੀ ਝੋਲਾ ਹੈਂਡਲ ਤੇ ਲਟਕਾਉਂਦਾ, ਘੰਟੀ ਵਜਾਉਂਦਾ ਚਲਾ ਜਾਂਦਾ। ਹੈਰਾਨ ਹੁੰਦਾ ਦੇਖ ਕੇ ਮੈਂ ਪੰਛੀਆਂ ਦੀ ਇਹ ਅਨੋਖੀ ਦਾਵਤ। ਹੈਰਾਨ ਹੁੰਦਾ ਦੇਖ ਕੇ ਮੈਂ ਪੰਛੀਆਂ ਦੀ ਇਹ ਅਨੋਖੀ ਦਾਵਤ। ਕਿੰਨਾ ਸੁਖਦ ਅਹਿਸਾਸ ਹੈ ਅਜਿਹੇ ਸਮਿਆਂ ਵਿੱਚ ਪੰਛੀਆਂ ਨੂੰ ਤਲੀਆਂ ਤੇ ਚੋਗ ਚਗਾਉਣਾ। ਕਿੰਨਾ ਸੁਖਦ ਅਹਿਸਾਸ ਹੈ ਅਜਿਹੇ ਸਮਿਆਂ ਵਿੱਚ ਪੰਛੀਆਂ ਨੂੰ ਤਲੀਆਂ ਤੇ ਚੋਗ ਚਗਾਉਣਾ। ਪਰ ਸੁਣਿਆ ਹੈ ਕਿ ਪੰਛੀਆਂ ਨੂੰ ਤਲੀਆਂ ਤੇ ਚੋਗ ਚਗਾਉਣ ਲਈ ਪਹਿਲਾਂ ਆਪ ਪੰਛੀਆਂ ਵਰਗਾ ਪੈਂਦਾ ਹੈ ਹੋਣਾ, ਪਹਿਲਾਂ ਆਪ ਪੰਛੀਆਂ ਵਰਗਾ ਪੈਂਦਾ ਹੈ ਹੋਣਾ। ਥੈਂਕ ਯੂ। ਹੁਣ ਜਿਸ ਸ਼ਾਇਰ ਨੂੰ ਮੈਂ ਬੁਲਾ ਰਿਹਾ ਇਹ ਪੁਰਤਗਾਲ ਤੋਂ ਹੈ, ਇਹ ਸਾਡੀ ਸੂਚੀ 'ਚ ਨਹੀਂ, ਪਰ ਇਹ ਪੁਰਤਗਾਲ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਦੁੱਖ ਭੰਜਨ। ਮੈਨੂੰ ਮੰਗਣ ਦੀ ਜਾਚ, ਮੈਨੂੰ ਮੰਗਣ ਦੀ ਜਾਚ, ਕਦੋਂ ਆਊ ਮੇਰੇ ਸਾਈਆਂ। ਮੈਥੋਂ ਮੇਰੀਆਂ ਹੀ ਕਮੀਆਂ ਨਹੀਂ ਜਾਂਦੀਆਂ ਗਿਣਾਈਆਂ। ਮੈਨੂੰ ਮੰਗਣ ਦੀ ਜਾਚ, ਕਦੋਂ ਆਊ ਮੇਰੇ ਸਾਈਆਂ। ਤੂੰ ਰਵਾਇਆ ਤੇ ਮੈਂ ਰੋ ਰੋ ਨੀਰੋ ਨੀਰ ਹੋ ਗਿਆ। ਤੂੰ ਫਕਰ ਕਿਹਾ ਤੇ ਮੈਂ ਫਕੀਰ ਹੋ ਗਿਆ। ਤੂੰ ਪਾੜਿਆ ਤੇ ਮੈਂ ਲੀਰੋ ਲੀਰ ਹੋ ਗਿਆ। ਮੇਰੇ ਹੱਕ 'ਚ ਕਿਉਂ ਨਹੀਂ ਕੋਈ ਭਰਦਾ ਗਵਾਈਆਂ। ਮੈਨੂੰ ਮੰਗਣ ਦੀ ਜਾਚ, ਕਦੋਂ ਆਊ ਮੇਰੇ ਸਾਈਆਂ। ਮੈਂ ਕੋਲੋਂ ਕਦੇ ਜਾਵਾਂ, ਮੇਰੀ ਕੱਟ ਦਈ ਜ਼ੁਬਾਨ। ਮੈਂ ਕੋਲੋਂ ਕਦੇ ਜਾਵਾਂ, ਮੇਰੀ ਕੱਟ ਦਈ ਜ਼ੁਬਾਨ। ਮੈਥੋਂ ਬੁਰਾ ਨਾ ਕਰਾਵੀਂ, ਮੈਂ ਤੇਰਾ ਇਨਸਾਨ। ਮੈਨੂੰ ਜਿਗਰਾ ਦੇ ਨਾ ਡੱਕ ਲਾਵਾਂ ਮੈਂ ਤੂਫਾਨ। ਮੇਰਾ ਪੋਟਾ ਪੋਟਾ ਵਿਨ ਦਿੱਤਾ ਮੌਲਾ ਜੀ ਕਸਾਈਆਂ। ਮੈਨੂੰ ਮੰਗਣ ਦੀ ਜਾਚ, ਕਦੋਂ ਆਹੂ ਮੇਰੇ ਸਾਈਆਂ। ਮੇਰੀ ਜ਼ਾਤ ਕਿੰਨੀ ਨੀਵੀਂ, ਤੇਰੀ ਜ਼ਾਤ ਕਿੰਨੀ ਉੱਚੀ। ਮੇਰੀ ਹੋਂਦ ਜਿੰਨੀ ਝੂਠੀ, ਤੇਰੀ ਹੋਂਦ ਉਨੀ ਉੱਚੀ। ਤੂੰ ਝੂਠੀ ਮੁੱਠੀ ਕਰ ਦੇਵੇਂ ਸੱਚੀ ਮੁੱਚੀ ਓਏ ਸੱਚੀ ਮੁੱਚੀ। ਅਸੀਂ ਕਾਨਿਆਂ ਤੋਂ ਬਣੇ, ਸਾਨੂੰ ਦੱਸ ਕਦੋਂ ਕਾਈਆਂ। ਅਸੀਂ ਕਾਨਿਆਂ ਤੋਂ ਬਣੇ, ਮੈਨੂੰ
ਦੱਸ ਕਦੋਂ ਕਾਈਆਂ ਮੈਨੂੰ ਮੰਗਣ ਦੀ ਜਾਚ ਕਦੋਂ ਆਊ ਮੇਰੇ ਸਾਈਆਂ। ਯਾਰ ਜਿੱਥੇ ਜਾਵਾਂ ਮੈਂ ਸਵੇਰੇ ਉਹ ਹੋਵੇ ਤੇਰਾ ਸ਼ਹਿਰ, ਜਿਹੜੀ ਮਾਰੇ ਲੂਲੂ ਮੈਨੂੰ ਉਹ ਹੋਵੇ ਸਿਖਰ ਦੁਪਹਿਰ। ਮੇਰਾ ਅੰਤ ਉਦੋਂ ਹੋਵੇ ਜਦੋਂ ਦੇਵੇਂ ਤੂੰ ਜ਼ਹਿਰ। ਉਹ ਕਿਵੇਂ ਬਣਨਗੀਆਂ ਜੋ ਕੰਧਾਂ ਨੇ ਤੂੰ ਢਾਈਆਂ, ਮੈਨੂੰ ਮੰਗਣ ਦੀ ਜਾਚ ਕਦੋਂ ਆਵੇਗੀ ਉਹ ਸਾਈਆਂ। ਮੈਨੂੰ ਇਹਨਾਂ ਦੱਸ ਮੈਨੂੰ ਕਿਉਂ ਮੰਗਣਾ ਨਾ ਆਵੇ। ਓਏ ਮੈਂ ਉੱਡਿਆ ਹੀ ਜਾਵਾਂ ਮੈਨੂੰ ਜਦੋਂ ਉਹ ਬੁਲਾਵੇ। ਮੈਂ ਘੁੰਮਦਾ ਹੀ ਰਵਾਂ ਜਦੋਂ ਕਦੇ ਉਹ ਘੁਮਾਵੇ। ਮੇਰੇ ਗਲ ਫੰਦਾ ਬਣਨਾ ਓਏ ਜਾਣ ਤਨਹਾਈਆਂ। ਮੈਨੂੰ ਮੰਗਣਾ ਦੀ ਜਾਚ ਕਦੋਂ ਆਊ ਮੇਰੇ ਸਾਈਆਂ। ਤੱਕ ਮੇਰੇ ਅੱਜ ਗੁਨਾਹ ਸੱਜਣ ਜੀ ਇਕੱਠੇ ਹੋ ਰੋਣ। ਰੂ ਮੇਰੀ ਦੇ ਜ਼ਖਮ ਕੁਲੈਣੇ ਹੰਝੂਆਂ ਦੀ ਬਰਸਾਤੇ ਨਹਾਉਣ। ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਵਗੇ ਗਰਮ ਪੌਣ। ਇਕੱਠਿਆਂ ਹੋ ਕੇ ਅੱਜ ਦੁੱਖ ਭੰਜਣਾ ਸਾਹਾਂ ਘਬਰਾਈਆਂ। ਮੈਨੂੰ ਮੰਗਣ ਦੀ ਜਾਚ ਕਦੋਂ ਆਊ ਮੇਰੇ ਸਾਈਆਂ। ਮੈਥੋਂ ਮੇਰੀਆਂ ਹੀ ਕਮੀਆਂ ਗਿਣਾਈਆਂ ਨਹੀਂ ਜਾਣਨਾ ਗਿਣਾਈਆਂ। ਧੰਨਵਾਦ। ਤੇ ਹੁਣ ਮੈਂ ਗੁਰਚਰਨ ਸੱਗੂ ਜੀ ਬਹੁਤ ਵਿਧਾਵੀ ਲੇਖਕ ਨੇ, ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਆਏ ਨੇ। ਮੈਂ ਸਵੇਰੇ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਕਿਤਾਬ ਬਹੁਤ ਚਰਚਾ 'ਚ ਹੈ, ਵੇਖਿਆ ਸ਼ਹਿਰ ਮੁੰਬਈ, ਪਰ ਆਪਣੀ ਨਜ਼ਮ ਦੇ ਨਾਲ ਹੁਣ ਸਾਨੂੰ ਮੁਖਾਤਬ ਹੋਣਗੇ। ਇਹਨਾਂ ਤੋਂ ਬਾਅਦ ਅਸ਼ਵਨੀ ਬਾਗੜੀਆ ਜੀ, ਫਿਰ ਤਰਲੋਕ ਆਨੰਦ ਜੀ ਤੇ ਕੁਝ ਹੋਰ ਸ਼ਾਇਰ। ਪਹਿਲਾਂ ਗੁਰਚਰਨ ਸੱਗੂ। ਜ਼ੀਰੋ ਲਾਈਨ। ਅਟਾਰੀ ਤੋਂ ਵਾਘੇ ਦੀ ਸਰਹੱਦ ਪਾਰ ਕਰਦਿਆਂ ਮੇਰੇ ਪੈਰ ਅਚਾਨਕ ਰੁਕ ਜਾਂਦੇ ਨੇ, ਜਿਵੇਂ ਪੱਥਰ ਪੈਰਾਂ ਉੱਪਰੋਂ ਆ ਡਿੱਗਾ ਹੋਵੇ, ਉਂਗਲ ਜ਼ਖਮੀ ਹੋ ਜਾਵਣ। ਇੱਕ ਚਿੱਟੀ ਲਾਈਨ ਹਿੰਦੁਸਤਾਨ ਦੱਸਦੀ ਹੈ ਤੇ ਦੂਸਰੀ ਪਾਕਿਸਤਾਨ ਕਹਿੰਦੀ ਹੈ। ਦੋਹਾਂ ਵਿਚਕਾਰ ਕੁਝ ਫੁੱਟਾਂ ਦੀ ਖਾਲੀ ਜ਼ਮੀਨ, ਜਿਸ ਉੱਪਰ ਕਿਸੇ ਦੇਸ਼ ਦਾ ਹੱਕ ਨਹੀਂ। ਨਾ ਹਿੰਦੁਸਤਾਨ ਨਾ ਪਾਕਿਸਤਾਨ। ਧਰਤੀ ਦੇ ਇਸ ਟੁਕੜੇ ਦਾ ਨਾਂ ਨੋ ਮੈਨ ਲੈਂਡ ਹੈ। ਕਈ ਕਹਿੰਦੇ ਇਸ ਨੂੰ ਜ਼ੀਰੋ ਲਾਈਨ ਹੈ। ਦਰਦ ਕਰ ਰਹੇ ਪੈਰਾਂ ਨੂੰ ਮੈਂ ਘੁੱਟਦਾ ਹਾਂ। ਮੇਰੀ ਚੀਕ ਨਿਕਲਦੀ ਹੈ, ਅੱਖਾਂ ਬੰਦ ਹੁੰਦੀਆਂ ਨੇ, ਅਥਰੂਆਂ ਦਾ ਦਰਿਆ ਵਹਿਣ ਲੱਗਦਾ ਹੈ। ਹਿੰਦੁਸਤਾਨ ਪਾਕਿਸਤਾਨ ਇੱਕ ਦਿਸਣ ਲੱਗਦੇ ਹਨ। ਫਿਰ ਕਤਲੇਆਮ, ਗੰਡਾਸੇ, ਟਕੂਏ, ਤਲਵਾਰਾਂ, ਬਰਸ਼ੇ, ਕਈਆਂ ਕੁਹਾੜੀਆਂ ਮੇਰੇ ਸਿਰ ਵਿੱਚ ਵੱਜਣ ਲੱਗਦੀਆਂ ਹਨ। ਦਿਲ ਟੁਕੜੇ ਟੁਕੜੇ ਹੋਣ ਲੱਗਦਾ ਹੈ। ਦਿਲ ਟੁਕੜੇ ਟੁਕੜੇ ਹੋਣ ਲੱਗਦਾ ਹੈ। ਪੰਜਾਬ ਟੁਕੜੇ ਟੁਕੜੇ ਹੋਣ ਲੱਗਦਾ ਹੈ। ਹਿੰਦੁਸਤਾਨ ਟੁਕੜੇ ਟੁਕੜੇ ਹੋਣ ਲੱਗਦਾ ਹੈ। ਮੈਂ ਲਹੂ ਲੁਹਾਨ ਹੋ ਜਾਂਦਾ ਹਾਂ। ਮੇਰਾ ਜਨਮ ਪਿੰਡ
ਨਹਿਰ ਕੰਢੇ ਵਸਿਆ, ਹਰੀਆਂ ਕਰਕਾਂ ਨਾਲ ਭਰਿਆ, ਖੂਹ ਉੱਪਰ ਰਸ ਕਰ ਰਿਹਾ ਵੇਲੜਾ, ਬਣ ਰਹੇ ਤੱਤੇ ਗੁੜ ਦੀ ਮਹਿਕ, ਚੱਕ ਨੰਬਰ 58, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ। ਸੜਨ ਲੱਗਦਾ ਹੈ, ਮੇਰਾ ਪਿੰਡ ਸੜਨ ਲੱਗਦਾ ਹੈ। ਬਣ ਰਹੇ ਗੁੜ ਦੀ ਅੱਗ ਨੂੰ ਸੜ ਰਹੇ ਗੁਰਦੁਆਰੇ ਦੀ ਅੱਗ ਮੱਧਮ ਕਰ ਦਿੰਦੀ ਹੈ। ਬਲਦਾਂ ਦੀਆਂ ਅੱਖਾਂ ਸੜਨ ਲੱਗਦੀਆਂ ਹਨ, ਉਹ ਘੋੜੇ ਵਾਂਗ ਟੱਪਦੇ ਹਨ, ਧੜਮ ਗੋਹੇ ਉੱਪਰ ਜਾ ਡਿੱਗਦੇ ਹਨ। ਵੇਲਣਾ ਰੁਕਦਾ ਹੈ, ਗੁੜ ਸੜਦਾ ਹੈ। ਜ਼ੀਰੋ ਲਾਈਨ ਤੇ ਮੈਨੂੰ ਖੜੇ ਵੇਖ, ਪਾਕਿਸਤਾਨੀ ਰੇਂਜਰ ਚਿੱਟੀ ਲਾਈਨ ਟੱਪਣ ਲਈ ਆਵਾਜ਼ਾਂ ਮਾਰਦੇ ਹਨ। ਅਟਾਰੀ ਦੀ ਬਾਰਡਰ ਸਿਕਿਉਰਿਟੀ ਫੋਰਸ ਅੱਗੇ ਵਧਣ ਲਈ ਕੰਨ ਪਾੜ ਰਹੀ ਹੈ। ਮੈਂ ਅੱਖਾਂ ਖੋਲ੍ਹਦਾ ਹਾਂ, ਦੋਹਾਂ ਪਾਸਿਆਂ ਤੋਂ ਫਿਰ ਆਵਾਜ਼ਾਂ ਆਉਣ ਲੱਗਦੀਆਂ ਹਨ, ਅੱਗੇ ਵਧੋ, ਅੱਗੇ ਵਧੋ। ਮੈਂ ਫਿਰ ਅੱਖਾਂ ਬੰਦ ਕਰਦਾ ਹਾਂ, ਫਿਰ ਉਹੀ ਕਤਲੇਆਮ, ਉਹੀ ਚੀਕ ਚਿਹਾੜਾ। ਇੱਕ ਮਾਂ ਆਪਣੇ ਬੱਚੇ ਨੂੰ ਨਹਿਰ ਵਿੱਚ ਸੁੱਟਦੀ ਹੈ। ਇਵੇਂ ਹੀ ਜਲੰਧਰ ਦਾ ਇੱਕ ਘਰ ਸੜ ਰਿਹਾ ਸੀ, ਖੂਨ ਨਾਲ ਮਸਜਿਦ ਭਿੱਜ ਰਹੀ ਸੀ। ਆਵਾਜ਼ਾਂ ਹੋਰ ਉੱਚੀ ਹੁੰਦੀਆਂ ਹਨ, ਮਾਰੋ ਇਸ ਨੂੰ, ਇਹ ਮੁਸਲਮਾਨ ਨਹੀਂ, ਮਾਰੋ ਇਸ ਨੂੰ, ਇਹ ਹਿੰਦੂ ਨਹੀਂ। ਮੇਰਾ ਸਿਰ ਚਕਰਾਉਂਦਾ ਹੈ। ਮੈਂ ਸੜ ਰਹੀ ਲੁੱਕ ਉੱਪਰ ਡਿੱਗਦਾ ਹਾਂ। ਸਾਹ ਲੈਣਾ ਵੀ ਔਖਾ ਹੋ ਰਿਹਾ। ਮੇਰੀ ਧੜਕਣ ਹੌਲੀ ਹੌਲੀ ਟੁੱਟਦੀ ਹੈ। ਦੋਹਾਂ ਪਾਸਿਆਂ ਦੀਆਂ ਸਰਹੱਦਾਂ ਤੇ ਰਫਲਾਂ ਵਾਲੇ ਇੱਕ ਦੂਸਰੇ ਵੱਲ ਅੱਖਾਂ ਕੱਢਦੇ ਹਨ, ਇੱਕ ਦੂਸਰੇ ਨੂੰ ਸ਼ਾਊਟ ਕਰਦੇ ਹਨ, ਤੁਸੀਂ ਇਸ ਲਾਸ਼ ਦੇ ਵਾਰਿਸ ਹੋ। ਨਹੀਂ ਨਹੀਂ, ਇਹ ਸਾਡੇ ਦੇਸ਼ ਦਾ ਸ਼ਹਿਰੀ ਨਹੀਂ, ਚੁੱਕ ਲਵੋ ਇਸ ਨੂੰ ਜ਼ੀਰੋ ਲਾਈਨ ਤੋਂ। ਇੱਕ ਹੋਰ ਕਹਿੰਦਾ ਹੈ, ਇਸ ਲਾਸ਼ ਦਾ ਕੀ ਕਰੀਏ? ਦੋਹਾਂ ਲਾਈਨਾਂ ਦੇ ਆਰ ਪਾਰ ਇਸ ਦੀਆਂ ਮਾਵਾਂ ਮਰ ਗਈਆਂ ਨੇ। ਇਸ ਲਾਸ਼ ਨੂੰ ਲਵਾਰਸ ਕਹਿ ਦਈਏ। ਨਾ ਇਹ ਹਿੰਦੁਸਤਾਨੀ ਹੈ, ਨਾ ਇਹ ਪਾਕਿਸਤਾਨੀ ਹੈ, ਇਹ ਤਾਂ ਇੰਗਲੈਂਡ ਦਾ ਸ਼ਹਿਰੀ ਹੈ, ਜਿਸ ਦੀ ਸਾਡੇ ਦੇਸ਼ਾਂ ਨਾਲ ਕੋਈ ਸਰਹੱਦ ਨਹੀਂ ਮਿਲਦੀ। ਇਹ ਤਾਂ ਇੰਗਲੈਂਡ ਦਾ ਸ਼ਹਿਰੀ ਹੈ, ਜਿਸ ਦੀ ਸਾਡੇ ਦੇਸ਼ਾਂ ਨਾਲ ਕੋਈ ਸਰਹੱਦ ਨਹੀਂ ਮਿਲਦੀ। ਇਸ ਲਾਸ਼ ਦਾ ਕੀ ਕਰੀਏ? ਜ਼ੀਰੋ ਲਾਈਨ ਤੇ ਮਰੇ ਬੰਦੇ ਦਾ ਕੀ ਕਰੀਏ? ਜ਼ੀਰੋ ਲਾਈਨ ਤੇ ਮਰੇ ਸਗੂ ਦਾ ਕੀ ਕਰੀਏ? ਜ਼ੀਰੋ ਲਾਈਨ ਤੇ ਮਰੇ ਸਗੂ ਦਾ ਕੀ ਕਰੀਏ? ਥੈਂਕ ਯੂ ਜੀ। ਅਸ਼ਵਨੀ ਬਾਗੜੀਆਂ। ਕੀ ਹੋਇਆ ਜੇ ਕਦੇ ਹੋਰ ਅਧੂਰਾ ਕਰ ਦਿੰਦਾ ਮੈਨੂੰ ਮੁਕੰਮਲ ਹੋਣ ਦਾ ਅਹਿਸਾਸ? ਕੀ ਹੋਇਆ ਜੇ ਕਦੇ ਹੋਰ ਅਧੂਰਾ ਕਰ ਦਿੰਦਾ ਮੈਨੂੰ ਮੁਕੰਮਲ ਹੋਣ ਦਾ ਅਹਿਸਾਸ? ਪਰ ਮੁਕੰਮਲਤਾ ਦੇ ਸਫ਼ਰ ਵਿੱਚ ਪੁੱਟੇ ਗਏ ਪੈੜਾਂ ਤਾਂ ਛੱਡ ਹੀ ਜਾਂਦੇ। ਕੀ ਹੋਇਆ ਜੇ ਕਦੇ ਅਸਮਾਨ ਨੂੰ ਛੂਹਣ ਦੀ ਕੋਸ਼ਿਸ਼ ਕਰਦੀ ਚੇਤਨਾ ਨੂੰ ਲਾਹ ਲੈਂਦੀ ਹੀਣਤਾ ਡੂੰਘੇ ਪਤਾਲ ਅੰਦਰ? ਕੀ ਇਹ ਕਾਫੀ ਨਹੀਂ ਕਿ ਚੇਤਨਾ ਸਮਰੱਥਤਾ ਹੈ ਡਿੱਗ ਡਿੱਗ ਕੇ ਵੀ ਉੱਠ ਜਾਣ ਲਈ, ਉੱਠ ਕੇ ਫਿਰ ਉੱਡ ਜਾਣ ਲਈ? ਤਾਂ ਵੀ ਕੀ ਹੈ ਜੇ ਕਦੇ ਸੂਰਜ ਵਾਂਗ ਮੈਂ ਵੀ ਉੱਚਾ ਉੱਠਣ ਦੀ ਚਾਹ ਵਿੱਚ ਪਤਾ ਹੀ ਨਾ ਲੱਗਦਾ ਕਦੋਂ ਲੈ ਜਾਂਦਾ ਸਾਗਰ ਦੀ ਕਿਸੇ ਗੁੱਠ ਅੰਦਰ? ਕੀ ਇਹ ਵੱਡੀ ਗੱਲ ਨਹੀਂ ਕਿ ਅਗਲੀ ਸਵੇਰ ਖੁਦ ਨੂੰ ਫਿਰ ਤਿਆਰ ਕਰ ਲੈਂਦਾ ਹਾਂ ਧਰਤ ਦੇ ਦੂਸਰੇ ਸਿਰੇ ਤੋਂ ਮੁੜ ਉਗਮਣ ਲਈ? ਕੀ ਹੋਇਆ ਜੇ ਕਦੇ ਆਪਣੇ ਹੋਣ ਦਾ ਅਹਿਸਾਸ ਮਿਰਗ ਤ੍ਰਿਸ਼ਨਾ ਬਣ ਜਾਂਦਾ, ਹੋ ਕੇ ਵੀ ਨਾ ਹੋਣ ਤੇ ਕਦੇ ਨਾ ਹੋ ਕੇ ਵੀ ਹੋਣ ਦੇ ਭੁਲੇਖਿਆਂ 'ਚ ਭਟਕਦੀ ਹੋਣੀ, ਅਗਿਆਨ ਦੇ ਘੁੱਪ ਹਨੇਰਿਆਂ 'ਚ ਰਹਿ ਜਾਂਦੀ ਹੱਥ ਪੱਲੇ ਮਾਰਦੀ? ਪਰ ਇਹ ਵੀ ਤਾਂ ਬਹੁਤ ਹੈ ਕਿ ਨਿੱਕਾ ਜਿਹਾ ਦੀਵਾ ਮੱਥੇ 'ਚ ਬਾਲ ਪਾਰ ਹੋ ਜਾਂਦਾ ਹਾਂ ਹੋਣ ਤੇ ਨਾ ਹੋਣ ਦੇ ਦਵੰਦ ਵਿੱਚੋਂ। ਮੁਕੰਮਲਤਾ ਵੱਲ ਨਿਰੰਤਰ ਸਫ਼ਰ, ਡਿੱਗ ਜਾਣ ਤੇ ਉੱਠ ਜਾਣ ਦੀ ਕੋਸ਼ਿਸ਼, ਲੈ ਜਾਣ ਤੇ ਉਗਮਣ ਦਾ ਜਜ਼ਬਾ, ਜਗਦੇ ਮਗਦੇ ਰਹਿਣ ਦਾ ਇਰਾਦਾ ਸਿਰਨਾਮਾ ਬਣ ਜਾਂਦੇ ਨੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਪੰਜਾਬੀ ਗਜ਼ਲ ਜਿਸ ਮੁਕਾਮ ਤੇ ਹੈ ਉੱਥੇ ਤੱਕ ਪਹੁੰਚਾਉਣ ਦੇ ਵਿੱਚ ਤਰਲੋਕ ਸਿੰਘ ਆਨੰਦ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਤਰਲੋਕ ਸਿੰਘ ਆਨੰਦ ਜੀ, ਇਹਨਾਂ ਤੋਂ ਬਾਅਦ ਵਿਜੇ ਵਿਵੇਕ ਜੀ, ਉਹਨਾਂ ਤੋਂ ਬਾਅਦ DM ਸਿੰਘ ਜੀ, ਇੰਜੀਨੀਅਰ DM ਸਿੰਘ ਜੀ। ਕਿ ਦਿਲ ਕਰਦਾ ਸੁਸਤਾਵਾਂ ਹੁਣ ਤਾਂ, ਦਿਲ ਕਰਦਾ
ਸੁਸਤਾਵਾਂ ਹੁਣ ਤਾਂ, ਥੱਕਿਆ ਹੈ ਪਰਛਾਵਾਂ ਹੁਣ ਤਾਂ। ਦਿਲ ਕਰਦਾ ਸੁਸਤਾਵਾਂ ਹੁਣ ਤਾਂ, ਥੱਕਿਆ ਹੈ ਪਰਛਾਵਾਂ ਹੁਣ ਤਾਂ। ਇੱਕ ਮਤਲਬ ਆਸਾਨੀ ਹੈ ਕਿ ਬਦਲੇ ਰੁੱਖ ਭਰਾਵਾਂ ਹੁਣ ਤਾਂ, ਬਦਲੇ ਰੁੱਖ ਭਰਾਵਾਂ ਹੁਣ ਤਾਂ, ਰਾਜ ਨਾ ਕਰਨ ਖੜਾਵਾਂ ਹੁਣ ਤਾਂ। ਬਦਲੇ ਰੁੱਖ ਭਰਾਵਾਂ ਹੁਣ ਤਾਂ, ਰਾਜ ਨਾ ਕਰਨ ਖੜਾਵਾਂ ਹੁਣ ਤਾਂ। ਤੇ ਇਹਦੇ ਨਾਲ ਇੱਕ ਸ਼ੇਰ ਹੋਰ ਕਿ ਸੀਤਲਤਾ ਬਨਵਾਸੀ ਹੋਈ, ਸੀਤਲਤਾ ਬਨਵਾਸੀ ਹੋਈ, ਸਾੜਨ ਲੱਗੀਆਂ ਛਾਵਾਂ ਹੁਣ ਤਾਂ। ਸੀਤਲਤਾ ਬਨਵਾਸੀ ਹੋਈ, ਸਾੜਨ ਲੱਗੀਆਂ ਛਾਵਾਂ ਹੁਣ ਤਾਂ। ਕਿ ਫੁੱਲ ਬੀਜੇ ਤਾਂ ਕੰਡੇ ਉੱਗੇ, ਫੁੱਲ ਬੀਜੇ ਤਾਂ ਕੰਡੇ ਉੱਗੇ, ਰੁੱਖ ਕੰਡਿਆਲੇ ਲਾਵਾਂ ਹੁਣ ਤਾਂ। ਫੁੱਲ ਬੀਜੇ ਤਾਂ ਕੰਡੇ ਉੱਗੇ, ਰੁੱਖ ਕੰਡਿਆਲੇ ਲਾਵਾਂ ਹੁਣ ਤਾਂ। ਤੇ ਧੀ ਜਗ ਜਨਨੀ ਬਚਣੀ ਮੁਸ਼ਕਲ। ਇਹ ਵੱਖਰੇ ਰੰਗ ਦਾ ਸ਼ੇਰ ਹੋ ਗਿਆ ਵਿੱਚ ਨਾਲ ਕਿ ਧੀ ਜਗ ਜਨਨੀ, ਧੀ ਜਗ ਜਨਨੀ ਬਚਣੀ ਮੁਸ਼ਕਲ, ਕੁੱਖ ਵਿੱਚ ਮਾਰਨ ਮਾਵਾਂ ਹੁਣ ਤਾਂ। ਤੇ ਇੱਕ ਅਜੋਕਾ ਸਮਾਜਿਕ ਵਰਤਾਰਾ ਹੈ ਕਿ ਲਿਵ ਇਨ ਰਿਸ਼ਤੇ ਦਾ ਇਹ ਯੁੱਗ ਹੈ, ਲਿਵ ਇਨ ਰਿਸ਼ਤੇ ਦਾ ਇਹ ਯੁੱਗ ਹੈ, ਬੇਮਾਨੀ ਨੇ ਲਾਵਾਂ ਹੁਣ ਤਾਂ। ਲਿਵ ਇਨ ਰਿਸ਼ਤੇ ਦਾ ਇਹ ਯੁੱਗ ਹੈ, ਬੇਮਾਨੀ ਨੇ ਲਾਵਾਂ ਹੁਣ ਤਾਂ। ਤੇ ਬੇਸ਼ਬਦਾ ਬੇਅਰਥਾ ਹੋਵੇ, ਨਗਮਾ ਐਸਾ ਗਾਵਾਂ ਹੁਣ ਤਾਂ। ਬੇਸ਼ਬਦਾ ਬੇਅਰਥਾ ਹੋਵੇ, ਨਗਮਾ ਐਸਾ ਗਾਵਾਂ ਹੁਣ ਤਾਂ। ਤੇ ਆਖਰੀ ਸ਼ੇਰ ਹੈ ਕਿ ਅਣਲਿਖੀਆਂ ਗਜ਼ਲਾਂ ਦੀ ਪੂੰਜੀ, ਅਣਲਿਖੀਆਂ ਗਜ਼ਲਾਂ ਦੀ ਪੂੰਜੀ, ਕਿਸ ਤੇ ਨਾ ਕਰ ਜਾਵਾਂ ਹੁਣ ਤਾਂ। ਅਣਲਿਖੀਆਂ ਗਜ਼ਲਾਂ ਦੀ ਪੂੰਜੀ, ਕਿਸ ਤੇ ਨਾ ਕਰ ਜਾਵਾਂ ਹੁਣ। ਧੰਨਵਾਦ। ਵਿਜੇ ਵਿਵੇਕ ਸਾਡਾ ਸਮਕਾਲ ਦਾ ਬਹੁਤ ਹੀ ਵੱਡਾ ਸ਼ਾਇਰ, ਜਿਨ੍ਹਾਂ ਨੂੰ ਇਸ ਵਾਰ ਸ਼੍ਰੀ ਕੰਵਰ ਚੌਹਾਨ ਯਾਦਗਾਰੀ ਗਜ਼ਲ ਪੁਰਸਕਾਰ ਹੈ। ਇਹਨਾਂ ਤੋਂ ਬਾਅਦ ਵੀ ਅਸੀਂ ਜਿਹੜੀ ਨਜ਼ਮ ਪੁਰਸਕਾਰ ਜਿਨ੍ਹਾਂ ਨੂੰ ਦੇ ਰਹੇ ਹਾਂ, ਰਮੇਸ਼ ਕੁਮਾਰ ਜੀ ਯਮੁਨਾਨਗਰ ਤੋਂ, ਉਹਨਾਂ ਨੂੰ ਸੁਣਾਂਗੇ। ਫਿਰ ਆਪਾਂ ਇੰਜੀਨੀਅਰ ਡੀਐਮ ਸਿੰਘ ਨੂੰ। ਇੱਦਾਂ ਨਾ ਸਮਝ ਲੈਣ ਬਾਕੀ ਜਿਹੜੇ ਸ਼ਾਇਦ ਥੱਲੇ ਬੈਠੇ ਆ ਵੀ ਉਹ ਹੁਣ ਪ੍ਰਧਾਨਗੀ 'ਚੋਂ ਸੁਣਾਉਣ ਲੱਗ ਪਿਆ। ਅੱਜ ਅਸੀਂ ਸਾਰੀਆਂ ਰਵਾਇਤਾਂ ਤੋੜੀਆਂ ਤੇ ਜਗਸੀਰ ਜੀਦਾ ਵੀ ਆ ਗਏ ਨੇ, ਦਵਿੰਦਰ ਸੈਫੀ ਵੀ ਆ ਗਏ ਨੇ, ਮਨਦੀਪ ਔਲਖ ਵੀ ਬੈਠੀ ਆ। ਜਗਸੀਰ ਜੀਦਾ ਨੂੰ ਅੱਗੇ ਆਪਾਂ ਵਿਚਾਲੇ ਜੇ ਸੁਣਦੇ ਸੀ, ਅੱਜ ਆਪਾਂ ਸਭ ਤੋਂ ਅਖੀਰ 'ਚ ਸੁਣਨਾ। ਤੇ ਕਿਉਂਕਿ ਆਏ ਬਹੁਤ ਲੇਟ ਆ, ਇਸ ਕਰਕੇ ਥੋੜੀ ਸਜ਼ਾ ਇਹਨਾਂ ਨੂੰ, ਪਰ ਇਹ ਸਜ਼ਾ ਨਹੀਂ ਹੈ। ਇਸ ਕਰਕੇ ਵਿੱਚੋਂ ਤੁਹਾਡੇ ਦੋਸਤ ਮਿੱਤਰ ਚੱਲ ਜਾਂਦੇ ਆ, ਉਹਨੂੰ ਸੁਣ ਕੇ ਜਗਸੀਰ ਨੂੰ ਸਭ ਤੋਂ ਅਖੀਰ ਸੁਣਾਂਗੇ। ਹੁਣ ਵਿਜੇ ਵਿਵੇਕ। ਕਿ ਤੇਰੀ ਮੁੱਠੀ 'ਚ ਰੰਗ ਨੇ ਜੇਕਰ, ਤੇਰੀ ਮੁੱਠੀ 'ਚ ਰੰਗ ਨੇ ਜੇਕਰ, ਮੇਰੇ ਪਾਣੀ 'ਚ ਘੋਲ ਕੇ ਦੱਸ ਖਾਂ। ਤੇਰੀ ਮੁੱਠੀ 'ਚ ਰੰਗ ਨੇ ਜੇਕਰ, ਮੇਰੇ ਪਾਣੀ 'ਚ ਘੋਲ ਕੇ ਦੱਸ ਖਾਂ। ਬੰਦ ਕਿਸਮਤ ਕੁੜੀ ਸੁਗੰਧਾਂ ਦੀ, ਸਾਡੇ ਬੁੱਲਿਆਂ 'ਚ ਖੋਲ ਕੇ ਦੱਸ ਖਾਂ। ਤੇਰੀ ਮੁੱਠੀ 'ਚ ਰੰਗ ਨੇ ਜੇਕਰ, ਮੇਰੇ ਪਾਣੀ 'ਚ ਘੋਲ ਕੇ ਦੱਸ ਖਾਂ। ਬੰਦ ਕਿਸਮਤ ਕੁੜੀ ਸੁਗੰਧਾਂ ਦੀ, ਸਾਡੇ ਬੁੱਲਿਆਂ 'ਚ ਖੋਲ ਕੇ ਦੱਸ ਖਾਂ। ਔਰ ਤੇਰੀ ਪਰਵਾਜ਼ ਜੇ ਉਕਾਬੀ ਹੈ, तेरी परवाज़ जे उकाबी है, फिर ए इजहार क्यों किताबी है। तेरी परवाज़ जे उकाबी है, फिर ए इजहार क्यों किताबी है। नन्हे बोटां नूं वल उड्डण दा, अपने खंभां नूं तोल के दस।
ਨੰਨੇ ਬੋਟਾਂ ਨੂੰ ਵੱਲ ਉੱਡਣ ਦਾ ਆਪਣੇ ਖੰਭਾਂ ਨੂੰ ਤੋਲ ਕੇ ਦੱਸ ਖਾਂ, ਔਰ ਸਾਂਝ ਸ਼ਿੱਦਤ ਸੰਵੇਦਨਾ ਸਦਭਾਵ, ਕਹਿੰਦੇ ਪੱਥਰਾਂ ਦੀ ਜੂਨ ਪੈ ਗਏ ਨੇ। ਸਾਂਝ ਸ਼ਿੱਦਤ ਸੰਵੇਦਨਾ ਸਦਭਾਵ, ਕਹਿੰਦੇ ਪੱਥਰਾਂ ਦੀ ਜੂਨ ਪੈ ਗਏ ਨੇ। ਪਾਣੀਆਂ ਹੈ ਤਾਂ ਫਿਰ ਲਰਜ਼ ਕੇ ਵਿਖਾ, ਪਾਰਿਆ ਹੈ ਤਾਂ ਡੋਲ ਕੇ ਦੱਸ ਖਾਂ। ਪਾਣੀਆਂ ਹੈ ਤਾਂ ਫਿਰ ਲਰਜ਼ ਕੇ ਵਿਖਾ, ਪਾਰਿਆ ਹੈ ਤਾਂ ਡੋਲ ਕੇ ਦੱਸ ਖਾਂ। ਔਰ ਤੇਰੀ ਤਲਵਾਰ ਲਾਲ ਸੁਰਖ ਦਿਸੇ, ਤੇਰੀ ਤਲਵਾਰ ਲਾਲ ਸੁਰਖ ਦਿਸੇ, ਮੇਰਾ ਸਿਰ ਵੀ ਹੈ ਤੇਰੇ ਪੈਰਾਂ ਵਿੱਚ। ਤੇਰੀ ਤਲਵਾਰ ਲਾਲ ਸੁਰਖ ਦਿਸੇ, ਮੇਰਾ ਸਿਰ ਵੀ ਹੈ ਤੇਰੇ ਪੈਰਾਂ ਵਿੱਚ। ਸੱਚੀ ਖੁਸ਼ ਹੈ ਤੂੰ ਮੇਰੇ ਕਤਲ ਤੋਂ ਬਾਅਦ, ਸੱਚੀ ਖੁਸ਼ ਹੈ ਤੂੰ ਮੇਰੇ ਕਤਲ ਤੋਂ ਬਾਅਦ, ਆਪਣਾ ਅੰਦਰ ਫਰੋਲ ਕੇ ਦੱਸ ਖਾਂ। ਸੱਚੀ ਖੁਸ਼ ਹੈ ਤੂੰ ਮੇਰੇ ਕਤਲ ਤੋਂ ਬਾਅਦ, ਆਪਣਾ ਅੰਦਰ ਫਰੋਲ ਕੇ ਦੱਸ ਖਾਂ। ਚੱਲ ਗੁਲਾਬਾਂ ਦੀ ਗੱਲ ਨਹੀਂ ਕਰਦੇ, ਚੱਲ ਗੁਲਾਬਾਂ ਦੀ ਗੱਲ ਨਹੀਂ ਕਰਦੇ, ਤੇਰੇ ਥੋੜਾਂ ਤੇ ਫੁੱਲ ਖਿੜੇ ਕਿ ਨਹੀਂ। ਚੱਲ ਗੁਲਾਬਾਂ ਦੀ ਗੱਲ ਨਹੀਂ ਕਰਦੇ, ਤੇਰੇ ਥੋੜਾਂ ਤੇ ਫੁੱਲ ਖਿੜੇ ਕਿ ਨਹੀਂ। ਸਾਡੀ ਬਾਰਿਸ਼ ਦਾ ਕੀ ਹਸ਼ਰ ਹੋਇਆ, ਗੂੰਗੀਏ ਮਿਟੀਏ ਬੋਲ ਕੇ ਦੱਸ ਖਾਂ, ਗੂੰਗੀਏ ਮਿਟੀਏ ਬੋਲ ਕੇ ਦੱਸ ਖਾਂ। ਥੈਂਕ ਯੂ। ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਇਸ ਵਾਰ ਆਪਾਂ ਜਿਹੜਾ ਜਾ ਰਿਹਾ, ਇਹ ਰਮੇਸ਼ ਕੁਮਾਰ ਜੀ ਜਮਨਾ ਨਗਰ ਤੋਂ ਸਾਡੇ ਵੱਡੇ ਸ਼ਾਇਰ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆ ਜਾਣ। ਇਹਨਾਂ ਤੋਂ ਬਾਅਦ ਇੰਜੀਨੀਅਰ DM ਸਿੰਘ ਜੀ। ਯੂਕਰੇਨ ਦੀਆਂ ਚਿੜੀਆਂ। ਪਿੰਡ ਮੇਰੇ ਦੇ ਰੁੱਖ ਪੱਤੇ ਤੇ ਪੰਛੀ, ਪਿੰਡ ਮੇਰੇ ਦੇ ਰੁੱਖ ਪੱਤੇ ਤੇ ਪੰਛੀ ਬਹੁਤ ਪਰੇਸ਼ਾਨ ਹਨ। ਭਬੂਕਾ ਅੱਗ ਦਾ ਜਦ ਹਰ ਵਾਰ ਉੱਠਦਾ ਹੈ ਤੇ ਧੂਆਂ ਸ਼ਾਹ ਕਾਲਾ ਫੈਲ ਜਾਂਦਾ ਹੈ ਤੁਰ ਆਕਾਸ਼ ਤੱਕ। ਭਬੂਕਾ ਅੱਗ ਦਾ ਜਦ ਹਰ ਵਾਰ ਉੱਠਦਾ ਹੈ ਤੇ ਧੂਆਂ ਸ਼ਾਹ ਕਾਲਾ ਫੈਲ ਜਾਂਦਾ ਹੈ ਤੁਰ ਆਕਾਸ਼ ਤੱਕ। ਦੰਦ ਦਨਾਉਂਦਾ ਦੈਤ ਹੋ ਕੇ ਤਾਂ ਕੁੜੀਆਂ ਚਿੜੀਆਂ ਤੇ ਘੁੱਗੀਆਂ ਕੰਬ ਕੰਬ ਉੱਠਦੀਆਂ ਹਨ। ਪਿੰਡ ਮੇਰੇ ਦੇ ਰੁੱਖ ਪੱਤੇ ਤੇ ਪੰਛੀ ਬਹੁਤ ਪਰੇਸ਼ਾਨ ਹਨ। ਭਬੂਕਾ ਅੱਗ ਦਾ ਹਰ ਵਾਰ ਜਦ ਉੱਠਦਾ ਹੈ ਤੇ ਧੂਆਂ ਸ਼ਾਹ ਕਾਲਾ ਫੈਲ ਜਾਂਦਾ ਹੈ ਤੁਰ ਆਕਾਸ਼ ਤੱਕ। ਦੰਦ ਦਨਾਉਂਦਾ ਦੈਂਤ ਹੋ ਕੇ ਤਾਂ ਕੁੜੀਆਂ ਚਿੜੀਆਂ ਤੇ ਘੁੱਗੀਆਂ ਸਭ ਕੰਬ ਕੰਬ ਉੱਠਦੀਆਂ ਹਨ। ਪੱਤੇ ਆਕਾਸ਼ ਤੋਂ ਉਤਰਦੇ ਪੰਛੀਆਂ ਨੂੰ ਆਖਦੇ, ਪੱਤੇ ਆਕਾਸ਼ ਤੋਂ ਉਤਰਦੇ ਪੰਛੀਆਂ ਨੂੰ ਪੁੱਛਦੇ ਹਨ, ਯੂਕਰੇਨ ਦੀਆਂ ਚਿੜੀਆਂ ਦਾ ਕੀ ਬਣੇਗਾ। ਪੱਤੇ ਆਕਾਸ਼ ਤੋਂ ਉਤਰਦੇ ਪੰਛੀਆਂ ਨੂੰ ਪੁੱਛਦੇ ਹਨ ਕਿ ਯੂਕਰੇਨ ਦੀਆਂ ਚਿੜੀਆਂ ਦਾ ਕੀ ਬਣੇਗਾ। ਬੇਬਸ ਬੇਚੈਨ ਖੰਭ, ਬੇਬਸ ਬੇਚੈਨ ਖੰਭ ਖੰਭਾਂ ਨੂੰ ਆਖਣ, ਬੇਬਸ ਬੇਚੈਨ ਖੰਭ ਖੰਭਾਂ ਨੂੰ ਆਖਣ, ਚਲੋ ਕਿਸੇ ਨੇੜਲੀ ਨਦੀ ਤੋਂ ਪੰਖ ਭਿਗੋ ਕੇ ਕਿਸੇ ਜੰਗਲ ਤੇ ਛਿੜਕਾਈਏ, ਸ਼ਾਇਦ ਕੋਈ ਬੋਟ ਬਚ ਸਕਣ। ਬੇਬਸ ਬੇਚੈਨ ਖੰਭ ਖੰਭਾਂ ਨੂੰ ਆਖਣ, ਚਲੋ ਕਿਸੇ ਨੇੜਲੀ ਨਦੀ ਤੋਂ ਆਪਣੇ ਆਪਣੇ ਖੰਭ ਭਿਉਂ ਕੇ ਕਿਸੇ ਜੰਗਲ ਤੇ ਛਿੜਕਾਈਏ, ਸ਼ਾਇਦ ਕੋਈ ਬੋਟ ਬਚ ਸਕਣ। ਪਿੰਡ ਮੇਰੇ ਦੇ ਰੁੱਖ ਪੱਤੇ ਤੇ ਪੰਛੀ ਬਹੁਤ ਪਰੇਸ਼ਾਨ ਹਨ, ਹੈਰਾਨ ਹਨ ਕਿ ਛੱਪੜਾਂ ਸਾਡਿਆਂ ਤੇ ਯੂਕਰੇਨ ਦੀਆਂ ਚਿੜੀਆਂ ਹੁਣ ਕਦ ਪਰਤਣਗੀਆਂ। ਤੇ ਹੁਣ ਇੰਜੀਨੀਅਰ DM ਸਿੰਘ ਜੀ ਸਾਡੇ ਨਾਲ ਨੇ ਤੇ ਇਹਨਾਂ ਤੋਂ ਬਾਅਦ ਮਨਦੀਪ ਔਲਖ। ਉਹ ਵੇਖ ਤਾਂ ਦੂਜੇ ਬੰਨੇ ਕਿਆ ਜਸ਼ਨ ਕਿਆ ਬਹਾਰ ਹੈ, ਸਤ ਅਸਲ ਦਿਆ ਮੁਦਈਆ ਕਿੱਥੇ ਤੇਰੀ ਕਤਾਰ ਹੈ। ਉਹ ਵੇਖ ਤਾਂ ਦੂਜੇ ਬੰਨੇ ਕਿਆ ਜਸ਼ਨ ਕਿਆ ਬਹਾਰ ਹੈ, ਸਤ ਅਸਲ ਦਿਆ ਮੁਦਈਆ ਕਿੱਥੇ ਤੇਰੀ ਕਤਾਰ ਹੈ। ਤੇਰੇ ਸੁਹੱਪਣ ਨੂਰ ਤੇ, ਸੱਚ ਔਰ ਅਸਲ ਵਾਲੇ ਨੂੰ ਮੁਖਾਤਿਬ ਹੋਣਾ ਕਹਿੰਦਾ, ਤੇਰੇ ਸੁਹੱਪਣ ਨੂਰ ਤੇ ਨਜ਼ਰਾਂ ਟਿਕਾਉਂਦਾ ਕੌਣ ਹੈ। ਤੇਰੇ ਸੁਹੱਪਣ ਨੂਰ ਤੇ ਨਜ਼ਰਾਂ ਟਿਕਾਉਂਦਾ ਕੌਣ ਹੈ, ਕਈ ਕੋਠਿਓਂ ਟੱਪ ਜੋ ਆਈ ਉਹੀ ਹੁਸਨ ਦੀ ਸਰਕਾਰ ਹੈ। ਨਬਜ਼ੀ ਸਿਆਣੇ ਹਿਕਮਤੀ ਦੀ ਸ਼ੇਰ ਹੈ,
ਨਬਜ਼ੀ ਸਿਆਣੇ ਹਿਕਮਤੀ ਦੀ ਚੂੰਡੀ ਦਵਾਈ ਕੀ ਕਰੇ। ਨਬਜ਼ੀ ਸਿਆਣੇ ਹਿਕਮਤੀ ਦੀ ਚੂੰਡੀ ਦਵਾਈ ਕੀ ਕਰੇ। ਅੱਜ ਬੁੱਕ ਦਵਾਈਆਂ ਰੋਜ਼ ਦਾ ਜੇ ਭੂਤ ਮਨ ਸਵਾਰ ਹੈ। ਸੱਚ ਸੱਚ ਝੂਠੇ ਝੂਠ ਕਹਿ ਮੋਹਨ ਜੀ ਸੱਚ ਸੱਚ ਝੂਠੇ ਝੂਠ ਕਹਿ ਮੂੰਹ ਫੱਟ ਦਾ ਫਤਵਾ ਮਿਲੂ। ਸੱਚ 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 ਨੂੰ ਸੱਚ ਕਹਿ ਝੂਠ ਨੂੰ ਝੂਠ ਕਹਿ। ਸੱਚ ਸੱਚ ਝੂਠੇ ਝੂਠ ਕਹਿ ਮੂੰਹ ਫੱਟ ਦਾ ਫਤਵਾ ਮਿਲੂ। ਤੱਕ ਮੂੰਹ ਚਪੇੜ ਜੋ ਸਿਰਜਦਾ ਸਫਲ ਹੋ ਸਰਦਾਰ ਹੈ। ਬੰਦ ਹੈ ਬੱਤੀ ਅੰਦਰਲੀ ਬੰਦ ਕਰ। ਬੱਤੀ ਅੰਦਰਲੀ ਬੰਦ ਕਰ ਕਦਰਾਂ ਨੂੰ ਛਿੱਕੇ ਤੇ ਹੀ ਧਰ। ਸਿਰ ਹਿਣ ਨਾ ਜੋ ਜਿੱਤਦਾ ਉਸ ਦੀ ਬਣੇ ਸਰਕਾਰ ਹੈ। ਬੱਤੀ ਅੰਦਰਲੀ ਬੰਦ ਕਰ ਕਦਰਾਂ ਨੂੰ ਛਿੱਕੇ ਤੇ ਹੀ ਧਰ। ਸਿਰ ਹਿਣ ਨਾ ਜੋ ਜਿੱਤਦਾ ਉਸ ਦੀ ਬਣੇ ਸਰਕਾਰ ਹੈ। ਐਵੇਂ ਰੇ ਉਲੀਕਦਾ ਜੀਵਨ ਜੁਗਤ ਸੱਚ ਤੱਤ ਨੂੰ ਕੀ ਲੈ ਫਿਰੇ ਵਣਜਾਰਿਆ ਵਿਕਦਾ ਕੀ ਇਸ ਬਾਜ਼ਾਰ ਹੈ। ਸ਼ੇਰਾਜ਼ ਹੈ ਜੇ ਸਿਰਾਂ ਦੀਆਂ ਗਿਣਤੀਆਂ ਤੇ ਬਣਦੀ ਉਹਦੀ ਸਰਕਾਰ ਹੈ। ਜੇ ਸਿਰਾਂ ਦੀ ਹੈਡ ਕਾਊਂਟ ਹੈ ਜੇ ਸਿਰਾਂ ਦੀਆਂ ਗਿਣਤੀਆਂ ਤੇ ਟਿਕਦੀ ਉਹਦੀ ਸਰਕਾਰ ਹੈ। ਉਹਨੂੰ ਕੀ ਪਈ ਜੋਖੇ ਭਲਾ ਜੀਵਨ ਦਾ ਕੀ ਮਿਆਰ ਹੈ। ਜੇ ਸਿਰਾਂ ਦੀਆਂ ਗਿਣਤੀਆਂ ਤੇ ਟਿਕਦੀ ਉਹਦੀ ਸਰਕਾਰ ਹੈ। ਉਹਨੂੰ ਕੀ ਪਈ ਜੋਖੇ ਭਲਾ ਜੀਵਨ ਦਾ ਕੀ ਮਿਆਰ ਹੈ। ਹੁਣ ਜੇ ਸਫਲ ਹੈ ਜੋ ਸਫਲ ਹੈ ਉਹ ਸੁਗੜ ਹੈ। ਜੋ ਸਫਲ ਹੈ ਉਹ ਸੁਗੜ ਹੈ। ਗੱਲ ਆਈ ਸਾਵੇਂ ਉਗੜ ਹੈ। ਸੰਗ ਗੁਣ ਜਾਂ ਚੰਗਿਆਈਆਂ ਨਾ ਕੋਈ ਸਰਕਾਰ ਹੈ। ਲੱਛਣ ਤੇਰੇ ਅਪਨਾਉਣ ਵਿੱਚ ਸੱਚਾ ਕਹਿੰਦਾ ਲੱਛਣ ਤੇਰੇ ਅਪਨਾਉਣ ਵਿੱਚ ਹੈ ਸੱਤ ਬਿਲਕੁਲ ਫੇਲ ਮੈਂ। ਲੱਛਣ ਤੇਰੇ ਅਪਨਾਉਣ ਵਿੱਚ ਹੈ ਸੱਤ ਬਿਲਕੁਲ ਫੇਲ ਮੈਂ ਬੁੱਟ ਤੇਰੇ ਜੱਗ ਵਿੱਚ ਹੱਸਣ ਦੀ ਤੇਰੀ ਵਾਰ ਹੈ। ਫਿਰ ਉਹਨੂੰ ਝੂਠਿਆਂ ਦਾ ਟੋਲਾ ਕਹਿੰਦਾ ਹਾਂਜੀ ਹਾਂਜੀ ਬਸ ਕਰੀ ਜਾ ਡੱਕਾ ਵੀ ਚਾਹੇ ਇੱਕ ਨਾ ਹਿਲਾ। ਹਾਂਜੀ ਹਾਂਜੀ ਬਸ ਕਰੀ ਜਾ ਡੱਕਾ ਵੀ ਚਾਹੇ ਇੱਕ ਨਾ ਹਿਲਾ। ਉਸਾਰੂ ਸੁਝਾ ਰੱਖ ਸਾਮ ਤੱਕ ਫਿਰ ਤੇਰੀ ਜੈ ਜੈਕਾਰ ਹੈ। ਆਖਰੀ ਬੰਦਾ ਹੈ ਗੁਣਹੀਨ ਜਾਂ ਜਣੰਤ ਗੁਣ। ਗੁਣਹੀਨ ਜਾਂ ਜਣੰਤ ਗੁਣ ਇੱਕੋ ਹੀ ਭਾਅ ਨੇ ਵਿਕਦੇ। ਇੱਥੇ ਅੱਜ ਕੱਲ੍ਹ ਇਹ ਹਾਲ ਹੈ ਗੁਣਹੀਨ ਜਾਂ ਜਣੰਤ ਗੁਣ ਇੱਕੋ ਹੀ ਭਾਅ ਨੇ ਵਿਕਦੇ। ਜੇ ਟਿਊਨ ਅਪ ਤੂੰ ਨਾ ਹੋਇਆ ਤਿਰਸਕਾਰ ਦਾ ਆਸਾਰ ਹੈ। ਚਲੋ ਮਨਦੀਪ ਔਲਖ ਇਹਨਾਂ ਤੋਂ ਬਾਅਦ ਹਰਕਮਲਜੀਤ ਸਾਹਿਲ ਜੀ ਇੱਥੇ ਨੇੜੇ ਆ ਜਾਣ। ਨਜ਼ਮ ਹੈ ਦੇਖਣ ਆਉਂਦੇ ਲੋਕ। ਕੁੜੀ ਦੇਖਣ ਆਉਂਦੇ ਲੋਕ ਮੁੰਡੇ ਵਾਲੇ ਹੋਣ ਦੇ ਉਡਣ ਖਟੋਲੇ ਤੋਂ ਉਤਰਦੇ। ਕੁੜੀ ਦੇਖਣ ਆਉਂਦੇ ਲੋਕ ਮੁੰਡੇ ਵਾਲੇ ਹੋਣ ਦੇ ਉਡਣ ਖਟੋਲੇ ਤੋਂ ਉਤਰਦੇ। ਕੁੜੀ ਵਾਲਿਆਂ ਦੇ ਘਰ ਨੂੰ ਕਬੀਲਾਈ ਲੋਕਾਂ ਦੀਆਂ ਝੁੱਗੀਆਂ ਵਾਂਗ ਹੋਰੂ ਹੋਰੂ ਵੇਖਦੇ। ਵਿਹੜੇ ਤੋਂ ਰਸੋਈ ਤੱਕ ਡਰਾਇੰਗ ਰੂਮ ਤੋਂ ਫਰਨੀਚਰ ਤੱਕ ਹਰੇਕ ਚੀਜ਼ ਦਾ ਨਿਰੀਖਣ ਕਰਦੇ। ਸੋਫਿਆਂ ਉੱਪਰ ਆ ਪਸਰਦੇ। ਹਰੇਕ ਚੀਜ਼ ਦਾ ਨਿਰੀਖਣ ਕਰਦੇ ਸੋਫਿਆਂ ਉੱਪਰ ਆ ਪਸਰਦੇ। ਬਿਸਕੁਟ ਭੁਜੀਆ ਬਰਫੀ ਕੋਕ ਚਾਹ ਛਕਦੇ। ਹੋਣ ਵਾਲੀ ਸੱਸ ਦਾ ਧਿਆਨ ਫਰਨੀਚਰ ਤੋਂ ਲੈ ਕੇ ਕੁੜੀ ਦੇ ਸੰਸਕਾਰਾਂ ਵੱਲ ਹੁੰਦਾ। ਸਹੁਰੇ ਦਾ ਦਾਜ ਦੇਣ ਦੀ ਹੈਸੀਅਤ ਵੱਲ। ਮੁੰਡੇ ਦਾ ਕੁੜੀ ਦੇ ਜਿਸਮ ਦੁਆਲੇ। ਕੁੜੀ ਦੀਆਂ ਬਣਾਈਆਂ ਪੇਂਟਿੰਗਾਂ ਸਿਸਕ ਰਹੀਆਂ ਹੁੰਦੀਆਂ ਕਿਸੇ ਕੋਨੇ ਵਿੱਚ। ਕਵਿਤਾਵਾਂ ਪੇਪਰ ਵੇਟ ਹੇਠਾਂ ਫੜਫੜਾਉਣ ਲੱਗਦੀਆਂ ਤੇ ਗਾਹੇ ਰਾਹ ਉਸਦੇ ਪੈਰਾਂ ਹੇਠ ਕੰਬਣ ਲੱਗਦੀ। ਤੇ ਗਾਹੇ ਰਾਹ ਉਸਦੇ ਪੈਰਾਂ ਹੇਠ ਕੰਬਣ ਲੱਗਦੇ। ਉਹ ਦੌੜਨ ਲੱਗਦੀ ਹੈ ਬਦਲਾਂ ਦੇ ਚਿੱਟੇ ਘੋੜੇ ਨੂੰ ਮਨ ਮਰਜ਼ੀ ਦੀ ਲਗਾਮ ਪਾ ਕੇ। ਉਹ ਉੱਡਣ ਲੱਗਦੀ ਹੈ ਉਹ ਉੱਡਣ ਲੱਗਦੀ ਹੈ। ਸ਼ੁਕਰੀਆ। ਹਰਕਮਲਜੀਤ ਸਾਹਿਲ ਜੀ। ਪਹਿਲੀ ਨਜ਼ਮ ਹੈ ਕੁੰਡੇ। ਸ਼ਹਿਰ ਪਹੁੰਚਿਆ ਹੱਥਾਂ ਦੇ ਨਾਲ ਨਾਲ ਸਿਰ ਵੀ ਵੇਚਣਾ ਸ਼ੁਰੂ ਕਰਤਾ। ਸ਼ਹਿਰ ਪਹੁੰਚਿਆ ਹੱਥਾਂ ਦੇ ਨਾਲ ਨਾਲ ਸਿਰ ਵੀ ਵੇਚਣਾ ਸ਼ੁਰੂ ਕਰਤਾ। ਵਿਦੇਸ਼ ਆਇਆ ਹੋਰ ਸਿਰ ਨਿਲਾਮ ਕੀਤਾ। ਵਿਦੇਸ਼ ਆਇਆ ਹੋਰ ਸਿਰ ਨਿਲਾਮ ਕੀਤਾ। ਤੇ ਨਾ ਚਾਹੁੰਦਿਆਂ ਹੋਇਆਂ ਵੀ ਨਾ ਚਾਹੁੰਦਿਆਂ ਹੋਇਆਂ ਹਿਰਦਾ ਵੀ।
ਆਰਜਾ ਦੀ ਭਰਪੂਰਤਾ ਕੰਢੇ ਪਹੁੰਚਿਆ, ਹਰ ਸ਼ੋਸ਼ਣ ਤੋਂ ਮੁਕਤੀ ਚਾਹੁੰਦਾ ਆਪਣੀ ਤੇ ਸਭ ਦੀ। ਕੀ ਕਰਾਂ ਬਲਦੇ ਧੁਖਦੇ ਅਹਿਸਾਸ ਦਾ ਕਿ ਜਦ ਸ਼ਹਿਰ ਵਿਦੇਸ਼ ਵਿਚਰਿਆ, ਲੁੱਟ ਭਾਵੇਂ ਹੁੰਦਾ ਰਿਹਾ ਖੁਦ ਵੀ, ਪਰ ਪ੍ਰਬੰਧ ਦਾ ਲੁੱਟ ਦੇ ਸੰਦ ਦਾ ਅੰਗ ਵੀ ਬਣਿਆ ਰਿਹਾ। ਆਪਣਾ ਸਿਰ ਆਪੇ ਹੀ ਵੱਢ ਕੁੰਡੇ ਟੰਗ ਫਿਰਦਾ ਰਿਹਾ, ਹੇਠ ਗਲਾਨੀ ਦੱਬਿਆ ਕੁੰਡੇ ਉੱਤੇ ਟੰਗਿਆ ਸਿਰ, ਕਿਸ ਨੂੰ ਕੀਕਰ ਮੁਕਤ ਕਰੇ। ਇੱਕ ਬਹੁਤ 5-7 ਲਾਈਨਾਂ ਦੀ ਇੱਕ ਨਜ਼ਮ ਹੈ ਛੋਟੀ ਜੀ। ਅਪੂਰਨ। ਜਦੋਂ ਮੈਂ ਕਮਿਊਨਿਸਟਾਂ ਦੇ ਜਾਂਦਾ ਹੁੰਦਾ ਸਾਂ, ਪੂਰਾ ਕਮਿਊਨਿਸਟ ਨਹੀਂ, ਜਦੋਂ ਮੈਂ ਕਮਿਊਨਿਸਟਾਂ ਦੇ ਜਾਂਦਾ ਹੁੰਦਾ ਸਾਂ, ਪੂਰਾ ਕਮਿਊਨਿਸਟ ਨਹੀਂ ਸਾਂ। ਧਾਰਮਿਕ ਸਥਾਨ 'ਤੇ ਜਾਂਦਾ ਤਾਂ ਪੂਰਾ ਧਾਰਮਿਕ ਨਾ ਹੁੰਦਾ। ਜਦ ਮੈਂ ਤੇਰਾ ਆਸ਼ਿਕ ਹੋਇਆ ਸਾਂ, ਉਦੋਂ ਵੀ ਅੱਧਾ ਅਧੂਰਾ ਹੀ ਸਾਂ। ਜਦ ਮੈਂ ਤੇਰਾ ਆਸ਼ਿਕ ਹੋਇਆ ਸਾਂ, ਉਦੋਂ ਵੀ ਅੱਧਾ ਅਧੂਰਾ ਹੀ ਸਾਂ। ਪੂਰਾ ਹੁੰਦਾ ਤਾਂ ਤੂੰ ਮੈਨੂੰ ਮਿਲਦੀ, ਵਿਛੜਦੀ ਅਧੂਰਾ ਹੀ ਚਲਾ ਜਾਵਾਂਗਾ, ਪੂਰਾ ਕਦੇ ਨਾ ਹੋਵਾਂਗਾ। ਵਾਹਿਦ ਸਾਡਾ ਨੌਜਵਾਨ ਪੰਜਾਬੀ ਗਜ਼ਲਕਾਰ, ਪੰਜਾਬੀ ਗਜ਼ਲ 'ਤੇ ਕੰਮ ਵੀ ਕਰ ਰਹੇ ਨੇ ਇਹ। ਇਹਨਾਂ ਤੋਂ ਬਾਅਦ ਡਾਕਟਰ ਦਵਿੰਦਰ ਸੈਫੀ ਨੇੜੇ ਆ ਜਾਣ। ਹੁਣ ਵਾਹਿਦ। ਸੋ ਮਤਲਬ ਹੈ ਕਿ ਉਹਨੂੰ ਮਿਲਿਆ ਤਾਂ ਇਉਂ ਲੱਗਿਆ ਕਿ ਮੈਂ ਹੁਣ ਸੁਰ 'ਚ ਹੋਣਾ ਹੈ। ਉਹਨੂੰ ਮਿਲਿਆ ਤਾਂ ਇਉਂ ਲੱਗਿਆ ਕਿ ਮੈਂ ਹੁਣ ਸੁਰ 'ਚ ਹੋਣਾ ਹੈ। ਕਿਸੇ ਧੜਕਣ ਦੇ ਮੱਠੇ ਰਿਦਮ ਵਿੱਚ ਖੁਦ ਨੂੰ ਪਰੋਣਾ ਹੈ। ਔਰ ਸ਼ੇਰ ਦੇਖਿਓ ਕਿ ਮੇਰੀ ਪਹਿਚਾਣ ਵਿੱਚ ਅੱਜ ਕੱਲ੍ਹ ਮੇਰਾ ਦਮ ਘੁੱਟਣ ਲੱਗਿਆ ਹੈ। ਮੇਰੀ ਪਹਿਚਾਣ ਵਿੱਚ ਅੱਜ ਕੱਲ੍ਹ ਮੇਰਾ ਦਮ ਘੁੱਟਣ ਲੱਗਿਆ ਹੈ ਕਿ ਜੋ ਵੀ ਹਾਂ ਉਹ ਸਭ ਤੱਜ ਕੇ ਮੈਂ ਹੁਣ ਕੁਝ ਹੋਰ ਹੋਣਾ ਹੈ। ਬਹੁਤ ਸ਼ੁਕਰੀਆ। ਕਿ ਮੇਰੀ ਪਹਿਚਾਣ ਵਿੱਚ ਅੱਜ ਕੱਲ੍ਹ ਮੇਰਾ ਦਮ ਘੁੱਟਣ ਲੱਗਿਆ ਹੈ। ਮੇਰੀ ਪਹਿਚਾਣ ਵਿੱਚ ਅੱਜ ਕੱਲ੍ਹ ਮੇਰਾ ਦਮ ਘੁੱਟਣ ਲੱਗਿਆ ਹੈ ਕਿ ਜੋ ਵੀ ਹਾਂ ਉਹ ਸਭ ਤੱਜ ਕੇ ਮੈਂ ਹੁਣ ਕੁਝ ਹੋਰ ਹੋਣਾ ਹੈ। ਇਹਨੇ ਹੀ ਡੱਕ ਰੱਖਿਆ ਹੈ ਮੇਰਾ ਹੁਣ ਸੁਰਖਰੂ ਹੋਣਾ। ਇਹਨੇ ਹੀ ਡੱਕ ਰੱਖਿਆ ਹੈ ਮੇਰਾ ਹੁਣ ਸੁਰਖਰੂ ਹੋਣਾ। ਇਹ ਜੋ ਸ਼ਬਦਾਂ ਨੂੰ ਬੀੜਨ ਦਾ ਹੁਨਰ ਹੈ, ਇਹ ਵੀ ਖੋਣਾ ਹੈ। ਔਰ ਇੱਕ ਗਜ਼ਲ ਦੇ 4 ਸ਼ੇਰ ਨੇਗੇ ਕਿ ਨਾ ਦਿੱਤਾ ਵਹਿਣ ਜਦ ਤਾਂ ਇਸ ਹੱਦ ਤੱਕ ਤੜਪਿਆ ਹਾਂ। ਨਾ ਦਿੱਤਾ ਵਹਿਣ ਜਦ ਤਾਂ ਇਸ ਹੱਦ ਤੱਕ ਤੜਪਿਆ ਹਾਂ ਕਿ ਚੁੱਭ ਸਕਦਾ ਮੈਂ ਹੁਣ ਪਾਣੀ ਤੋਂ ਦਰਪਣ ਹੋ ਗਿਆ ਹਾਂ। ਨਾ ਦਿੱਤਾ ਵਹਿਣ ਜਦ ਤਾਂ ਇਸ ਹੱਦ ਤੱਕ ਤੜਪਿਆ ਹਾਂ ਕਿ ਚੁੱਭ ਸਕਦਾ ਮੈਂ ਹੁਣ ਪਾਣੀ ਤੋਂ ਦਰਪਣ ਹੋ ਗਿਆ ਹਾਂ। ਮੈਂ ਉਹਨਾਂ ਚੋਂ ਹਾਂ ਜਿਨ੍ਹਾਂ ਵਾਸਤੇ ਰਾਹ ਘੱਟ ਬਚੇ ਨੇ। ਮੈਂ ਉਹਨਾਂ ਚੋਂ ਹਾਂ ਜਿਨ੍ਹਾਂ ਵਾਸਤੇ ਰਾਹ ਘੱਟ ਬਚੇ ਨੇ। ਮੈਂ ਜਿੱਥੇ ਪਹੁੰਚਿਆ ਖੁਦ ਤੇ ਹੀ ਤੁਰ ਕੇ ਪਹੁੰਚਿਆ ਹਾਂ। ਬਹੁਤ ਸ਼ੁਕਰੀਆ ਜੀ। ਕਿ ਕਈ ਗਮਲੇ ਦੇ ਰੁੱਖ ਤੈਅ ਕਰਦੇ ਨੇ ਮੁੱਲ ਮੇਰੀ ਛਾਂ ਦਾ। ਕਈ ਗਮਲੇ ਦੇ ਰੁੱਖ ਤੈਅ ਕਰਦੇ ਨੇ ਮੁੱਲ ਮੇਰੀ ਛਾਂ ਦਾ। ਜੋ ਮੈਂ ਇੱਕ ਨਿੰਮ ਹਾਂ ਤੇ ਸ਼ਹਿਰੋਂ ਬਾਹਰ ਉੱਗਿਆ ਹਾਂ। ਔਰ ਆਖਰੀ ਸ਼ੇਰ ਹੈ ਕਿ ਮੇਰੇ ਪੈਰਾਂ ਦੇ ਸਿਰ ਤੇ ਪਾ ਲਈ ਕਿੰਨਿਆਂ ਨੇ ਮੰਜ਼ਲ। ਮੇਰੇ ਪੈਰਾਂ ਦੇ ਸਿਰ ਤੇ ਪਾ ਲਈ ਕਿੰਨਿਆਂ ਨੇ ਮੰਜ਼ਲ ਤੇ ਮੈਂ ਕਰਜ਼ਾਈ ਸਿਰ ਵਾਂਗੂ ਅਜੇ ਝੁਕਿਆ ਪਿਆ ਹਾਂ। ਮੇਰੇ ਪੈਰਾਂ ਦੇ ਸਿਰ ਤੇ ਪਾ ਲਈ ਕਿੰਨਿਆਂ ਨੇ ਮੰਜ਼ਲ ਤੇ ਮੈਂ ਕਰਜ਼ਾਈ ਸਿਰ ਵਾਂਗੂ ਅਜੇ ਝੁਕਿਆ ਪਿਆ ਹਾਂ। ਬਹੁਤ ਸ਼ੁਕਰੀਆ। ਹੁਣ ਡਾਕਟਰ ਦਵਿੰਦਰ ਸੈਫੀ ਸਾਡੇ ਕੋਲ ਆਉਣਗੇ। ਇਹਨਾਂ ਤੋਂ ਬਾਅਦ ਸੰਤੋਖ ਸੁਖੀ। ਨਨਕਾਣੇ ਤੋਂ ਚਾਂਦਨੀ ਚੌਂਕ ਤੱਕ ਜੀ। ਇਹ ਤਾਰੀਖ ਦੱਸਦੀ ਏ
ਇਹ ਤਾਰੀਖ ਦੱਸਦੀ ਏ ਕਿ 9ਵੀਂ ਪਾਤਸ਼ਾਹੀ ਨੇ ਤਿਲਕ ਜੰਜੂ ਦੀ ਰੱਖਿਆ ਲਈ ਸੀਸ ਕੁਰਬਾਨ ਕੀਤਾ ਸੀ। ਸਹਿਕ ਦੇ ਸੰਸਕਾਰਾਂ ਦੀ ਸੁਣ ਫਰਿਆਦ ਸਤਿਗੁਰ ਨੇ ਅਨੋਖਾ ਦਾਨ ਕੀਤਾ ਸੀ। ਫਿਰ ਇਹ ਵੀ ਪੜ੍ਹਿਆ ਸੁਣਿਆ ਸੀ ਕਿ ਪਹਿਲੀ ਪਾਤਸ਼ਾਹੀ ਨੇ ਤਿਲਕ ਜੰਜੂ ਤੇ ਜਾਂ ਬਖਤਰ ਨੂੰ ਟੁਕੜੇ ਟੁਕੜੇ ਕਰਿਆ ਸੀ। ਦਇਆ ਸੰਤੋਖ ਜਤ ਸਤ ਦਾ ਸਿਰਜ ਪੈਮਾਨਾ ਉਹਨਾਂ ਨੇ ਪੁਰਾਣਾ ਜਾਲ ਸਾਰਾ ਪਲਾਂ ਵਿੱਚ ਹੀ ਤੋੜ ਧਰਿਆ ਸੀ। ਤਿਲਕ ਜੰਜੂ ਦੀ ਬੇਦਖਲੀ ਤੇ ਰੱਖਿਆ ਦੇ ਮੁੱਦੇ ਤੇ ਮੈਂ ਸਾਖੀਆਂ ਫਰੋਲਣ ਲੱਗਾ। ਤਾਰੀਖ 'ਚੋਂ ਇਹਨਾਂ ਘਟਨਾਵਾਂ ਦਾ ਤਰਕ ਟੋਲਣ ਲੱਗਾ। ਨਿਰੰਤਰ ਸੋਚਦਾ ਰਿਹਾ, ਆਖਰ ਤਾਂ 9ਵੇਂ ਗੁਰੂ ਵੀ ਪਹਿਲੇ ਗੁਰੂ ਦੀ ਜੋਤ ਦੇ ਹੀ ਵਾਲੀ ਸਨ। ਉਹ ਵੀ ਤਾਂ ਉਸੇ ਭਰਮ ਰਹਿਤ ਬਾਗ ਦੇ ਹੀ ਮਾਲੀ ਸਨ। ਸਾਖੀਆਂ ਦੀ ਸ਼ਰਧਾ 'ਚ ਗੁੰਮਦਿਆਂ, ਇਤਿਹਾਸ ਦੀ ਚਾਰ ਦੀਵਾਰੀ 'ਚ ਘੁੰਮਦਿਆਂ ਕੋਈ ਜਚਵਾਂ ਜਵਾਬ ਨਾ ਮਿਲਿਆ। ਜੋ ਮੇਟੇ ਪਿਆਸ ਮੇਰੇ ਤਰਕ ਦੀ, ਮੈਨੂੰ ਕੋਈ ਆਬ ਨਾ ਮਿਲਿਆ। ਸ਼ੁਕਰੀਆ ਜੀ। ਇਹ ਸ਼ੰਕਾ ਜਿਉਂ ਦੀ ਤਿਉਂ ਲੈ ਕੇ ਇਲਮ ਦੇ ਕਮਰੇ ਵਿੱਚੋਂ ਬਾਹਰ ਆ ਬੈਠਾ। ਪਹੁੰਚ ਦਰਿਆ ਕਿਨਾਰੇ ਤੇ ਖੁੱਲੇ ਆਕਾਸ਼ ਹੇਠ ਜਾ ਬੈਠਾ। ਕਾਇਨਾਤ ਦੇ ਚਿਹਰੇ ਦਾ ਅਦਭੁਤ ਨਿਖਾਰ। ਉੱਥੇ ਸੁਣੀ ਸ਼ਾਂਤ ਵਗਦੇ ਪਾਣੀ ਦੀ ਅਨੋਖੀ ਸਤਾਰ। ਝੜਨ ਲੱਗੇ ਮੇਰੇ ਮਸਤਕ ਚੋਂ ਉਲਝੇ ਵਿਚਾਰ। ਉਸੇ ਪਲ ਗੀਤ ਇੱਕ ਹਿਰਦੇ ਦੁਆਲੇ ਮੰਡਰਾਉਣ ਲੱਗਾ। ਹਲੂਣ ਕੇ ਸੰਵੇਦਨਾ ਮੇਰੀ ਉਹ ਸੱਚ ਦੇ ਸੁਭਾਅ ਤੋਂ ਜਾਣੂ ਕਰਾਉਣ ਲੱਗਾ। ਇਹ ਦੇਖ ਜੋ ਵਗ ਰਿਹਾ ਪਾਣੀ, ਇਹ ਵੇਖ ਦਰਿਆ ਦਾ ਅਤੋਲਮਾ ਪਾਣੀ। ਇਹ ਤਾਜੀ ਪਾਉਣ ਦੀ ਕਿੰਗਰੀ, ਤਾਜ਼ੇ ਪੱਤਿਆਂ ਦੀ ਬਾਣੀ। ਇਹੋ ਜਿਹੀ ਹੁੰਦੀ ਹੈ ਸੱਚ ਦੇ ਪਾਂਧਿਆਂ ਦੀ ਕਹਾਣੀ। ਇਹੋ ਜਿਹੀ ਹੁੰਦੀ ਹੈ ਸੱਚ ਦੇ ਪਾਂਧਿਆਂ ਦੀ ਕਹਾਣੀ। ਸੱਚ ਦਾ ਨਿਤ ਨਵਾਂ ਤੇ ਨਿਵੇਕਲਾ ਨਿਤ ਕਰਮ ਹੁੰਦਾ ਹੈ। ਜੋ ਨਵਾਂ ਤੇ ਤਾਜ਼ਾ ਬਣਿਆ ਰਹੇ ਉਹੀ ਤਾਂ ਧਰਮ ਹੁੰਦਾ ਹੈ। ਸੱਚ ਕੋਈ ਪੰਡਤ ਪੁਜਾਰੀ ਪਾਦਰੀ ਨਹੀਂ ਜੋ ਲੀਕਾਂ 'ਚ ਤੁਰਦਾ ਰਹੇ। ਸੱਚ ਕੋਈ ਰੀਤ ਰਸਮ ਨਿਯਮ ਨਹੀਂ ਜੋ ਬਣਿਆ ਮੁਰਦਾ ਰਹੇ। ਲੀਕਾਂ 'ਚ ਤੁਰਨ ਵਾਲੇ ਬਸ ਲੀਕਾਂ ਹੀ ਪਹਿਚਾਣਦੇ। ਜਾਤਾਂ ਧਰਮਾਂ ਧਰਤੀਆਂ ਦੀ ਵੰਡ ਬਾਝੋਂ ਕੁਝ ਨਹੀਂ ਉਹ ਜਾਣਦੇ। ਬਣੇ ਰਹਿੰਦੇ ਨੇ ਸਦਾ ਬਣੀਆਂ ਬਣਾਈਆਂ ਛਤਰੀਆਂ ਦੇ ਹਾਣ ਦੇ। ਜਾਗਦੀ ਅੱਖ ਸੱਚ ਵਾਲੀ ਨਵੇਂ ਹੀ ਸਾਗਰ ਤਰਦੀ ਹੈ। ਨਵੇਂ ਰਾਹਾਂ ਦੇ ਸਾਰੇ ਫੈਸਲੇ ਉਹ ਆਪ ਕਰਦੀ ਹੈ। ਬਣ ਕੇ ਸ਼ੀਸ਼ਾ ਕਿਧਰੇ ਪੱਥਰਾਂ ਦੇ ਨਾਲ ਜਾ ਖਹਿੰਦੀ। ਬਣ ਕੇ ਫੁੱਲ ਕਿਧਰੇ ਅਗਨ ਦੀ ਸੇਜਾ ਤੇ ਜਾ ਬਹਿੰਦੀ। ਬਣ ਕੇ ਇਹ ਅੱਖ ਜਦ ਰੋਚ ਹੁੰਦੀ ਹੈ ਤਾਂ ਬਾਬਰਾਂ ਤਾਈਂ ਲਲਕਾਰਦੀ। ਤੇ ਜਦ ਸ਼ਾਂਤੀ 'ਚ ਹੁੰਦੀ ਹੈ ਤਾਂ ਤੱਤੀਆਂ ਤਵੀਆਂ ਨੂੰ ਠਾਰਦੀ। ਕਿਧਰੇ ਇਹ ਉਬਲਦੀ ਦੇਗ ਜਿਹੇ ਤਸੀਹੇ ਵੇਖ ਵੀ ਚੁੱਪਚਾਪ ਰਹਿੰਦੀ ਹੈ। ਤੇ ਕਿਧਰੇ ਜ਼ੁਲਮ ਸਹਿਣ ਨੂੰ ਸਭ ਤੋਂ ਵਡੇਰਾ ਪਾਪ ਕਹਿੰਦੀ ਹੈ। ਜਦ ਕੋਈ ਪੁਜਾਰੀ ਜੰਜੂ ਜ਼ਰੀਏ ਆਤਮਾ ਦੀ ਲੁੱਟ ਕਰਦਾ ਹੈ। ਸਾਰ ਹੈ ਜੀ ਕਵਿਤਾ ਦਾ। ਜਦ ਕੋਈ ਪੁਜਾਰੀ ਜੰਜੂ ਜ਼ਰੀਏ ਆਤਮਾ ਦੀ ਲੁੱਟ ਕਰਦਾ ਹੈ ਤਾਂ ਸੱਚ ਪਹਿਲੀ ਪਾਤਸ਼ਾਹੀ ਬਣ ਜੰਜੂ ਖਿਲਾਫ ਲੜਦਾ ਹੈ। ਤੇ ਜਦ ਕੋਈ ਔਰੰਗਜ਼ੇਬ ਜੰਜੂ ਜ਼ਰੀਏ ਨਿਹੱਥੇ ਈਮਾਨ ਦਾ ਗਲਾ ਘੁੱਟਦਾ ਹੈ ਤਾਂ ਸੱਚ 9ਵੀਂ ਪਾਤਸ਼ਾਹੀ ਬਣ ਜੰਜੂ ਦੇ ਹੱਕ 'ਚ ਖੜਦਾ ਹੈ। ਮੁੜ ਗੀਤ ਉਹੀ ਤਾਕੀਦੀ ਸੁਰ 'ਚ ਗੂੰਜਿਆ। ਨਨਕਾਣੇ ਤੋਂ ਚਾਂਦਨੀ ਚੌਂਕ ਤੱਕ ਦੇ ਬੜੇ ਹੀ ਰਾਹ ਅਣਗਾਹੇ ਰਹਿ ਜਾਂਦੇ ਨੇ। ਦਾਅਵੇਦਾਰ ਤਾਂ ਪਹਿਲੇ ਮੋੜ ਤੇ ਹੀ ਦੁਕਾਨਾਂ ਬਣਾ ਕੇ ਬਹਿ ਜਾਂਦੇ ਨੇ। ਤੇ ਇਲਮਾਂ ਵਾਲੇ ਆਪਣੀਆਂ ਵਾੜਾਂ 'ਚ ਘੁੰਮਦੇ ਰਹਿ ਜਾਂਦੇ ਨੇ। ਇਹਨਾਂ ਰਾਹਾਂ ਦੀ ਯਾਤਰਾ ਤੇ ਕਿਸੇ ਤਾਰੀਖ ਨੇ ਤੇਰੀ ਉਂਗਲੀ ਨਹੀਂ ਫੜਨੀ।
ਇਹਨਾਂ ਰਾਹਾਂ ਤੇ ਕਿਸੇ ਤਾਰੀਖ ਨੇ ਤੇਰੀ ਉਂਗਲੀ ਨਹੀਂ ਫੜਨੀ, ਕਿਸੇ ਕਥਾਵਾਚਕ ਨੇ ਤੇਰੇ ਸੰਗ ਤੇਗ ਵਰਗੀ ਚੜ੍ਹਾਈ ਨਹੀਂ ਚੜ੍ਹਨੀ, ਕਿਸੇ ਕਥਾਵਾਚਕ ਨੇ ਤੇਰੇ ਸੰਗ ਤੇਗ ਵਰਗੀ ਚੜ੍ਹਾਈ ਨਹੀਂ ਚੜ੍ਹਨੀ। ਇੱਕ ਤਲੀ ਤੇ ਸੀਸ ਤੇ ਦੂਜੀ ਤਲੀ ਤੇ ਸ਼ੰਕੇ ਟਿਕਾ ਲਈ, ਊਂਘ ਦੀ ਚੇਤਨਾ ਨੂੰ ਹਲੂਣ ਕੇ ਜਗਾ ਲਈ, ਬੋਧ ਵਾਲੀ ਅੱਖ ਵਿੱਚ ਸਾਹਸ ਦੀ ਸੁਰਮ ਸਲਾਈ ਪਾ ਲਈ, ਫਿਰ ਵੇਖੀ ਸ਼ਾਨ ਆਪਣੀ ਤੋਰ ਦੀ, ਪਹਿਲਾਂ ਆਪਣੇ ਤੁਰਨ ਜੋਗੀ ਪੱਗ ਡੰਡੀ ਖੁਦ ਬਣਾ ਲਈ, ਪਹਿਲਾਂ ਆਪਣੇ ਤੁਰਨ ਜੋਗੀ ਪੱਗ ਡੰਡੀ ਖੁਦ ਬਣਾ ਲਈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸੰਤੋਖ ਸੁੱਖੀ ਬਹੁਤ ਹੀ ਸਾਡੇ ਪਿਆਰੇ ਸ਼ਾਇਰ। ਪਿੰਡਿਆਂ ਨੂੰ ਚਿੰਬੜਿਆ ਪ੍ਰਵਾਸ। ਪਰਸੀਨੀ ਨੇ ਬਗਾਨਿਆਂ ਦੀਆਂ ਬੂਰੀਆਂ ਹੇਠੋਂ ਹੂਣ ਦਿੱਤਾ ਹੈ ਸਭ ਕੁਝ, ਤੇ ਸਾਰੀ ਰਾਤ ਦਾ ਗੰਦ ਸਮੇਟ ਦਿੱਤਾ ਹੈ ਉਸਨੇ। ਰਾਜ ਰਾਣੀ ਸ਼ਹਿਰੀ ਬਾਬੂ ਦੇ ਘਰ ਪੋਚਾ ਲਾਈ ਹੈ, ਚਮਕਾਈ ਹੈ ਹਰ ਕਮਰਾ, ਹਰ ਸੁਭਾਤ, ਮਾਲਕ ਦੀ ਅੱਖ ਵੀ ਲੈ ਰਹੀ ਹੈ ਕਿਤੇ ਕਿਤੇ ਸਕੂਨ। ਹਰਲੀਨ ਉਰਫ ਹੈਲੀ ਪੀਜ਼ਾ ਹੱਟ ਦੀ ਰਿਸੈਪਸ਼ਨ ਤੋਂ ਡਿਊਟੀ ਪੂਰੀ ਕਰ ਘਰ ਮੁੜ ਆਈ ਹੈ, ਲਾ ਰਹੀ ਹੈ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਤੋਂ ਗਾਹਕਾਂ ਦੇ ਚਿਹਰੇ। ਹੁਣ ਘਰਾਂ ਵਿੱਚ ਰੋਟੀ ਪੱਕੇਗੀ, ਤੁਸੀਂ ਬਸ ਇਹ ਵੇਖਣਾ ਹੈ ਇਹ ਰੋਟੀ ਹੈ ਜਾਂ ਉਹਨਾਂ ਦੀ ਦੇਹ। ਰਤਨ ਕੌਰ ਨੇ ਚਾਟੀ 'ਚੋਂ ਕੱਢ ਲਈ ਹੈ ਮੱਖਣੀ, ਦੁਨੀਆ ਦਾ ਲੱਸੀ ਨਾਲ ਸੰਵਾਦ ਜਾਰੀ ਹੈ, ਦੁਨੀਆ ਦਾ ਲੱਸੀ ਨਾਲ ਸੰਵਾਦ ਜਾਰੀ ਹੈ। ਥੈਂਕ ਯੂ। ਪੰਜਾਬੀ ਨਜ਼ਮ ਦੇ ਸਾਡੇ ਵੱਡੇ ਸ਼ਾਇਰ ਡਾਕਟਰ ਮੋਹਨਜੀਤ ਜੀ, 25ਵਾਂ ਇਹ ਸਮਾਗਮ ਹੈ। ਮੇਰਾ ਖਿਆਲ ਹੈ ਵੀ ਇੱਕ ਅੱਧਾ ਹੀ ਸ਼ਾਇਦ ਮਿਸ ਹੋਇਆ, ਮਤਲਬ ਇੱਕ ਵੀ ਨਹੀਂ ਮਿਸ ਹੋਇਆ ਹੋਣਾ। 25 ਸਾਲਾਂ ਤੋਂ ਲਗਾਤਾਰ ਨਾਭੇ ਦੀ ਧਰਤੀ ਤੇ ਡਾਕਟਰ ਮੋਹਨ ਜੀ ਥੋੜ੍ਹੀ ਇਸ ਸਾਡੇ ਸਮਾਗਮ ਨੂੰ ਆਸ਼ੀਰਵਾਦ ਦਿੰਦੇ ਰਹੇ ਨੇ। ਡਾਕਟਰ ਮੋਹਨਜੀਤ ਜੀ, ਇਹਨਾਂ ਤੋਂ ਬਾਅਦ ਅਜੀਤਪਾਲ ਮੋਗੇ ਤੋਂ ਇੱਥੇ ਨੇੜੇ ਆ ਜਾਣ। ਉਸ ਤੋਂ ਬਾਅਦ ਜਗਸੀਰ ਜੀ ਦਾ, ਜਿਹੜੇ ਮੈਂ ਨਾਮ ਬੋਲੇ ਸੀ, ਜੇ ਉਹਨਾਂ 'ਚੋਂ ਸ਼ਾਇਦ ਕੋਈ ਹੈ ਤਾਂ ਹੁਣ ਦੱਸ ਦੇਵੇ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਪ੍ਰਧਾਨਗੀ ਮੰਡਲ ਤੋਂ ਇਹਨਾਂ ਤੋਂ ਦੋ ਲਫ਼ਜ਼ ਸੁਣਨੇ ਆ। 2-3 ਕਿਤਾਬਾਂ ਰਿਲੀਜ਼ ਕਰਨੀਆਂ ਤੇ ਸਨਮਾਨ ਸਮਾਰੋਹ ਜਿਹੜਾ ਹੋਣਾ। ਤੁਸੀਂ ਸਾਰਿਆਂ ਨੇ ਇੱਥੇ ਬੈਠਣਾ ਹੈ ਕਿਉਂਕਿ ਸਾਰੇ ਸ਼ਾਇਰਾਂ ਦਾ ਸਨਮਾਨ ਹੋਣਾ, ਕੋਈ ਸਾਥੀ ਜਾਵੇ ਨਾ। ਤੇ ਹੁਣ ਸਾਡੇ ਸਾਹਮਣੇ ਡਾਕਟਰ ਮੋਹਨਜੀਤ ਜੀ। ਬਹੁਤ ਮਾਣ ਬਖਸ਼ਿਆ ਹੈ ਨਾਭਾ ਮੰਚ ਨੇ, ਔਰ ਮੈਨੂੰ ਕਿਹਾ ਹੈ ਕਿ ਤੂੰ ਅੱਜ ਦੀ ਮੈਂ ਪ੍ਰਧਾਨਗੀ ਕਰਾਂ। ਮੈਂ 2 ਲਫ਼ਜ਼ ਕਹਿਣੇ ਚਾਹੁੰਦਾ। ਕੋਈ ਸਿੱਖਿਆ ਦੇ ਸ਼ਬਦ ਨਹੀਂ ਹਨ। ਜੋ ਕੁਝ ਮੈਂ ਸਿੱਖਿਆ ਇਹ ਮੈਂ ਉਹੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਵਧੀਆ ਕਵਿਤਾਵਾਂ ਪੜ੍ਹੀਆਂ ਨੇ, ਬਗੈਰ ਕਿਸੇ ਤਰਨਮ ਤੋਂ, ਬਗੈਰ ਕਿਸੇ ਉੱਚੀ ਆਵਾਜ਼ ਕੱਢਣ ਤੋਂ, ਲੇਕਿਨ ਵਧੀਆ ਕੱਢੀਆਂ ਨੇ, ਵਧੀਆ ਨਜ਼ਮਾਂ ਪੜ੍ਹੀਆਂ ਨੇ, ਉਹਨਾਂ ਦਾ ਬਹੁਤ ਬਹੁਤ ਆਨੰਦ ਮਾਣਿਆ। ਜਿਨ੍ਹਾਂ ਨੇ ਤਰਨਮ ਨਾਲ ਪੜ੍ਹਿਆ ਲੇਕਿਨ ਮਨ ਵਿੱਚ ਖੁੱਭ ਗਏ ਨੇ, ਉਹ ਵੀ ਸਾਥ ਦੇ ਹੱਕਦਾਰ ਨੇ। ਸ਼ਾਇਰੀ ਦੇ ਵਿੱਚ ਇਹੀ ਕੁਝ ਹੁੰਦਾ ਹੈ। ਮੈਂ ਇੱਕ ਗੱਲ ਯਾਦ ਆਉਂਦੀ ਹੈ, ਮੈਂ ਕਹਿਣੋਂ ਰਹਿ ਨਹੀਂ ਸਕਦਾ ਕਿ ਟੋਲਸਟਾਈ ਆਪਣੀ ਅਖੀਰੀ ਉਮਰ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਉਪਨਿਆਸਕਾਰ ਆਪਣੀ ਸਾਰੀ ਉਮਰ ਦੇ ਵਿੱਚ ਤਕਰੀਬਨ ਆਪਣੇ ਮਨ ਦਾ ਤਵਾਜ਼ਨ ਖੋ ਬੈਠਾ, ਘਰੋਂ ਦੌੜ ਗਿਆ, ਇੱਕ ਸਟੇਸ਼ਨ 'ਤੇ ਉਤਰ ਗਿਆ, ਉੱਥੇ ਹੀ ਸੌਂ ਗਿਆ ਤੇ ਉੱਥੇ ਹੀ ਖਤਮ ਹੋ ਗਿਆ। ਪਰ ਕਹਿੰਦੇ ਆ ਕਿ ਜਦੋਂ ਉਹਦੇ ਕੱਪੜੇ ਖੋਲ੍ਹੇ ਗਏ ਤਾਂ ਉਹਦੇ ਵਿੱਚ ਦਾਸਤੋਵਸਕੀ ਦਾ ਇੱਕ ਨਾਵਲ ਪਿਆ ਹੋਇਆ ਸੀ। ਕਿਸੇ ਨੇ ਕਿਹਾ ਇਹ ਬੰਦਾ ਔਰ ਦਾਸਤੋਵਸਕੀ ਇਹ ਦੋਨੋਂ ਹੀ ਸਮਕਾਲੀ ਸਨ, ਇੱਕ ਦੂਜੇ ਨੂੰ ਕਦੀ ਮਿਲੇ ਨਹੀਂ ਸਨ, ਲੇਕਿਨ ਇੱਕ ਦੂਜੇ ਦੀ ਦਾਦ ਇੰਨੀ ਦਿੰਦੇ ਸਨ, ਦਾਦ ਇੰਨੀ ਕਰਦੇ ਸਨ ਕਿ ਦੋਨੋਂ ਜਿਹੜੇ ਅੱਜ ਦੁਨੀਆ ਦੇ ਵਿੱਚ ਵੱਡੇ ਸ਼ਾਇਰ ਬਣੇ ਹੋਏ ਨੇ। ਮੈਂ ਦਰਸ਼ਨ ਬੂਟੇ ਹੋਰਾਂ ਦਾ
ਨਾਭਾ ਵਿਚਾਰ ਮੰਚ ਵਾਲੇ ਸਾਰੇ ਦੋਸਤਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਨੇ ਉਹ ਕੰਮ ਕਰ ਵਿਖਾਇਆ ਹੈ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੀਆਂ ਵੱਡੀਆਂ ਅਕਾਦਮੀਆਂ ਨਹੀਂ ਕਰ ਸਕਦੀਆਂ। ਔਰ ਇਹਨੇ ਨਾਲ ਹੀ ਮੈਂ ਆਪਣੀ ਗੱਲ ਜਿਹੜੀ ਹੈ ਉਹ, ਕਵਿਤਾ ਕੀ ਹੁੰਦੀ ਹੈ? ਮੇਰੇ ਵਾਸਤੇ ਕਵਿਤਾ ਉਹ ਚੀਜ਼ ਹੈ ਜੋ ਸਭ ਤੋਂ ਵੱਖਰੀ ਹੁੰਦੀ ਹੈ, ਜਿਹਦੇ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਚਾਹੇ ਉਹ ਸਿਆਸੀ ਆ ਚਾਹੇ ਕੋਈ ਆ। ਮੈਂ ਤੁਹਾਨੂੰ ਆਪਣੀ ਇੱਕ ਨਜ਼ਰ ਸੁਣਾਉਣਾ। ਝੂਠ ਦਾ ਕਮਾਲ, ਝੂਠ ਦਾ ਕਮਾਲ। ਝੂਠ ਵੀ ਕਮਾਲ ਦੀ ਚੀਜ਼ ਹੈ। ਕਈ ਵਾਰ ਇੰਜ ਬੋਲ ਜਾਈਦਾ ਕਿ ਸੱਚ ਜਾਪਦਾ। ਝੂਠ ਵੀ ਕਮਾਲ ਦੀ ਚੀਜ਼ ਹੈ। ਕਈ ਵਾਰ ਇੰਜ ਬੋਲ ਜਾਈਦਾ ਕਿ ਸੱਚ ਜਾਪਦਾ। ਬਾਅਦ 'ਚ ਸੋਚੀਦਾ ਹੈ ਜੇ ਝੂਠ ਬੋਲਣਾ ਜ਼ਰੂਰੀ ਸੀ, ਉਹ ਵੀ ਸ਼ਰੇਆਮ। ਬਾਅਦ 'ਚ ਸੋਚੀਦਾ ਝੂਠ ਬੋਲਣਾ ਕੋਈ ਜ਼ਰੂਰੀ ਚੀਜ਼ ਸੀ, ਉਹ ਵੀ ਸ਼ਰੇਆਮ। ਪਰ ਜਿਸ ਗੱਲ ਕਰਕੇ ਝੂਠ ਬੋਲਿਆ, ਜੇ ਪੂਰੀ ਨਾ ਹੋਈ ਤਾਂ ਮਰਨ ਵਰਗਾ ਹੋ ਜਾਂਦਾ ਬੰਦਾ। ਤੁਣਕੇ ਵੱਜਦੇ ਮਨ 'ਚ, ਹੋਰ ਬੋਲ ਝੂਠ, ਹੋਰ ਬੋਲ ਝੂਠ। ਗੱਲ ਤਾਂ ਸਿਰਫ ਇੰਨੀ ਸੀ, ਦੋਸਤਾਂ ਕਿਹਾ ਕਵਿਤਾ ਸੁਣਾ। ਗੱਲ ਤਾਂ ਸਿਰਫ ਇੰਨੀ ਸੀ, ਦੋਸਤਾਂ ਕਿਹਾ ਕਵਿਤਾ ਸੁਣਾ। ਮੈਂ ਕਿਹਾ ਜ਼ਰੂਰ ਸੁਣਾਵਾਂਗਾ, ਪਰ ਫਿਰ ਕਦੇ। ਜ਼ਰੂਰ ਸੁਣਾਵਾਂਗਾ, ਪਰ ਫਿਰ ਕਦੇ। ਮੈਂ ਕਿਹਾ ਜ਼ਰੂਰ ਸੁਣਾਵਾਂਗਾ, ਪਰ ਫਿਰ ਕਦੇ। ਅਜੇ ਅਧੂਰੀ ਹੈ ਨਵੀਂ ਕਵਿਤਾ, ਸੋਚਦਾ ਕੁਝ ਵੱਖਰਾ ਲਿਖਿਆ ਜਾਏ, ਨਵਾਂ ਹੈਰਾਨਕੁਨ। ਇਹ ਬਿਪਤਾ ਹੈ ਕਵੀ ਦੀ। ਪੁਰਾਣੀ ਸੁਣਾਉਣੀ ਨਹੀਂ ਚਾਹੁੰਦਾ, ਨਵੀਂ ਲਿਖੀ ਨਹੀਂ ਹੁੰਦੀ। ਇਹੀ ਬਿਪਤਾ ਹੈ ਕਵੀ ਦੀ। ਪੁਰਾਣੀ ਸੁਣਾਉਣੀ ਨਹੀਂ ਚਾਹੁੰਦਾ, ਨਵੀਂ ਲਿਖੀ ਨਹੀਂ ਹੁੰਦੀ। ਚਾਹੁੰਦਾ ਕੋਈ ਅਲੋਕਾਰ ਚੀਜ਼ ਹੋਵੇ। ਇਹੋ ਗੱਲ ਮਾਰਦੀ ਕਵੀ ਨੂੰ, ਕੋਂਦੀ ਹੈ, ਤੋੜ ਕੇ ਰੱਖ ਦਿੰਦੀ ਹੈ। ਦਿਲ ਦੀ ਗੱਲ। ਕਿਸੇ ਆਲੋਚਕ ਕਿਹਾ, ਰੂਸੀ ਕਵੀ ਮਾਇਕੋਵਸਕੀ ਨੇ ਇਸ ਲਈ ਖੁਦਕਸ਼ੀ ਕੀਤੀ। ਕਿਸੇ ਆਲੋਚਕ ਕਿਹਾ, ਰੂਸੀ ਕਵੀ ਮਾਇਕੋਵਸਕੀ ਨੇ ਇਸੇ ਲਈ ਖੁਦਕਸ਼ੀ ਕੀਤੀ ਸੀ। ਮੈਂ ਕਹਿੰਦਾ ਸਾਡਾ ਕਵੀ ਇਸੇ ਲਈ ਮਰਿਆ। ਕੌਣ? ਮੀਸ਼ਾ। ਸਾਡਾ ਕਵੀ ਮੀਸ਼ਾ ਇਸੇ ਲਈ ਮਰਿਆ। ਮਾਇਕੋਵਸਕੀ ਨੂੰ ਨਵੀਂ ਭਾਸ਼ਾ ਦੀ ਤਲਾਸ਼ ਸੀ। ਬੀਬਾ ਨਵੀਂ ਕਵਿਤਾ ਵਾਲੀ ਊਰਜਾ ਵਿਹਾ ਚੁੱਕਾ ਸੀ। ਤਲਾਸ਼ ਵੀ ਤਾਂ ਮਾਰਦੀ ਹੈ, ਤਲਾਸ਼ ਵੀ ਤਾਂ ਮਾਰਦੀ ਹੈ। ਨਹੀਂ ਤਾਂ ਕੌਣ ਮਾਰ ਸਕਦਾ ਬੰਦੇ ਨੂੰ? ਬੰਦਾ ਕਿਸੇ ਤੋਂ ਮਰਦਾ ਭਲਾ? ਬੰਦਾ ਕਿਸੇ ਤੋਂ ਮਰਦਾ ਭਲਾ? ਤਲਾਸ਼ ਹੀ ਤਾਂ ਬੰਦੇ ਨੂੰ, ਤਲਾਸ਼ ਹੀ ਤਾਂ ਸਿਖਰ 'ਤੇ ਪਹੁੰਚਾਉਂਦੀ ਹੈ। ਤਲਾਸ਼ ਮਾਰਦੀ ਵੀ ਹੈ, ਸਿਖਰ 'ਤੇ ਵੀ ਪਹੁੰਚਾਉਂਦੀ ਹੈ। ਤਲਾਸ਼ ਸਿਖਰ 'ਤੇ ਵੀ ਪਹੁੰਚਾਉਂਦੀ ਹੈ। ਬਾਦਸ਼ਾਹ ਵੇਖੀਏ ਕੀ ਬਣਦਾ ਹੈ। ਇੱਥੇ ਕਿੱਥੇ ਪਹੁੰਚਦਾ ਹੈ ਕਵੀ? ਇੱਕ ਵਾਰ ਫਿਰ ਨਵੀਂ ਭਾਸ਼ਾ ਦੀ ਤਲਾਸ਼ ਵਿੱਚ ਹਾਂ। ਇੱਕ ਵਾਰ ਫਿਰ ਨਵੀਂ ਭਾਸ਼ਾ ਦੀ ਤਲਾਸ਼ ਵਿੱਚ ਹਾਂ। ਧੰਨਵਾਦ। ਅਜੀਤਪਾਲ ਸਾਡਾ ਇਸ ਤਰ੍ਹਾਂ ਦਾ ਸ਼ਾਇਰ ਹੈ ਜਿਹਨੂੰ ਤੁਸੀਂ ਸਾਰੇ ਟਿਕ ਕੇ ਸੁਣਦੇ ਹੋ, ਤੇ ਜਗਸੀਰ ਸੀਰੇ ਨੂੰ ਜਿਹਦੇ ਨੂੰ ਤੁਸੀਂ ਹੱਸ ਕੇ ਸੁਣਦੇ ਹੋ, ਕਿਉਂਕਿ ਉਹਦਾ ਵਿਅੰਗ ਬਹੁਤ ਤਿੱਖਾ ਹੁੰਦਾ। ਪਹਿਲਾਂ ਟਿਕ ਕੇ ਸੁਣ ਲਈਏ ਅਜੀਤਪਾਲ ਨੂੰ, ਤੇ ਉਸ ਤੋਂ ਬਾਅਦ ਇੱਕ ਮਤਾ ਰੱਖਣਾ ਮਹਾਨ ਕੋਸ਼ ਬਾਰੇ। ਡਾਕਟਰ ਜੈਨਿੰਦਰ ਚੌਹਾਨ ਉਹ ਮਤਾ ਰੱਖਣਗੇ, ਫਿਰ ਜਗਸੀਰ ਜੀ ਦਾ ਹੋਰੀ ਆਪਣੇ ਨਾਲ ਆਉਣਗੇ। ਹੁਣ ਅਜੀਤਪਾਲ ਮੋਗਾ। ਦਿਲ ਮੇਰੇ ਨੂੰ
ਹਸਰਤਾਂ ਨੇ ਲੈ ਲਿਆ। ਦਿਲ ਮੇਰੇ ਨੂੰ ਹਸਰਤਾਂ ਨੇ ਲੈ ਲਿਆ। ਖੁਦ ਬੁਲਾਈਆਂ ਜ਼ਹਿਮਤਾਂ ਨੇ ਲੈ ਲਿਆ। ਖੁਦ ਬੁਲਾਈਆਂ ਜ਼ਹਿਮਤਾਂ ਨੇ ਲੈ ਲਿਆ। ਦਿਲ ਮੇਰੇ ਨੂੰ ਹਸਰਤਾਂ ਨੇ ਲੈ ਲਿਆ। ਕੀ ਕਹਾਂ ਕਿੰਜ ਹੋ ਗਿਆ ਬਰਬਾਦ ਮੈਂ। ਕੀ ਕਹਾਂ ਕਿੰਜ ਹੋ ਗਿਆ ਬਰਬਾਦ ਮੈਂ। ਆਪਣੀਆਂ ਹੀ ਆਦਤਾਂ ਨੇ ਲੈ ਲਿਆ। ਆਪਣੀਆਂ ਹੀ ਆਦਤਾਂ ਨੇ ਲੈ ਲਿਆ। ਰਿਸ਼ਤਿਆਂ ਦੀ ਖੇਡ ਵੀ ਆਈ ਨਾ ਰਾਸ। ਰਿਸ਼ਤਿਆਂ ਦੀ ਖੇਡ ਵੀ ਆਈ ਨਾ ਰਾਸ। ਚਾਹਤਾਂ ਨੇ ਨਫ਼ਰਤਾਂ ਨੇ ਲੈ ਲਿਆ। ਚਾਹਤਾਂ ਨੇ ਨਫ਼ਰਤਾਂ ਨੇ ਲੈ ਲਿਆ। ਜ਼ੁਲਮ ਤਾਂ ਜਗ ਦੇ ਹਜ਼ਾਰਾਂ ਸਹਿ ਲਏ। ਜ਼ੁਲਮ ਤਾਂ ਜਗ ਦੇ ਹਜ਼ਾਰਾਂ ਸਹਿ ਲਏ। ਤੇਰੀਆਂ ਕੁਝ ਰਹਿਮਤਾਂ ਨੇ ਲੈ ਲਿਆ। ਤੇਰੀਆਂ ਕੁਝ ਰਹਿਮਤਾਂ ਨੇ ਲੈ ਲਿਆ। ਸੁਣਿਆ ਤੈਨੂੰ ਸ਼ੋਹਰਤਾਂ ਨੇ ਖਾ ਲਿਆ। ਸੁਣਿਆ ਤੈਨੂੰ ਸ਼ੋਹਰਤਾਂ ਨੇ ਖਾ ਲਿਆ। ਸਾਨੂੰ ਇੱਥੇ ਤੁਹਮਤਾਂ ਨੇ ਲੈ ਲਿਆ। ਸਾਨੂੰ ਇੱਥੇ ਤੁਹਮਤਾਂ ਨੇ ਲੈ ਲਿਆ। ਕੱਖੋਂ ਹੌਲਾ ਹੋਣ ਦੀ ਫਿਤਰਤ ਨਾ ਸੀ। ਕੱਖੋਂ ਹੌਲਾ ਹੋਣ ਦੀ ਫਿਤਰਤ ਨਾ ਸੀ। ਚੰਗਾ ਹੋਇਆ ਗੈਰਤਾਂ ਨੇ ਲੈ ਲਿਆ। ਚੰਗਾ ਹੋਇਆ ਗੈਰਤਾਂ ਨੇ ਲੈ ਲਿਆ। ਦਿਲ ਮੇਰੇ ਨੂੰ ਹਸਰਤਾਂ ਨੇ ਲੈ ਲਿਆ। ਖੁਦ ਬੁਲਾਈਆਂ ਜ਼ਹਿਮਤਾਂ ਨੇ ਲੈ ਲਿਆ। ਸ਼ੁਕਰੀਆ। ਦੋਸਤੋ, ਅਜੀਤਪਾਲ ਨੂੰ ਤੁਸੀਂ ਸੁਣਿਆ, ਬਹੁਤ ਹੀ ਸਾਡਾ ਪਿਆਰਾ ਸ਼ਾਇਰ। ਇੱਕ ਮਤਾ ਤੁਹਾਡੇ ਤੋਂ ਪਾਸ ਕਰਵਾਉਣਾ ਹੈ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਬਾਰੇ। ਅਤੇ ਉਹਦੇ 'ਚ ਕੁਝ ਇੱਕ ਵੈਬਸਾਈਟ 'ਤੇ ਇੰਟਰਨੈਟ 'ਤੇ ਚਾੜ੍ਹ ਦਿੱਤਾ ਗਿਆ ਅਤੇ ਉਹਦੇ 'ਚ ਬਹੁਤ ਸਾਰੀਆਂ ਗਲਤੀਆਂ ਨੇ ਅਤੇ ਉਹਦੇ ਬਾਰੇ ਡਾਕਟਰ ਜੈਨਿੰਦਰ ਚੌਹਾਨ, ਫਿਰ ਜਗਸੀਰ ਜੀ ਦਾ। ਇੱਕ ਮੈਂ ਬੇਨਤੀ ਕਰਦਾ ਕਿ ਦੇਖੋ ਹੁਣ ਸਾਡਾ ਸਮਾਗਮ ਅੰਤਮ ਪਲਾਂ 'ਚ ਹੈ। ਜਗਸੀਰ ਜੀ ਦਾ ਸਾਡੇ ਹੁਣ ਆਖਰੀ ਸ਼ਾਇਰ ਨੇ ਇਸ ਸਾਰੇ ਸਮਾਗਮ ਦੇ। ਬਹੁਤ ਸਾਰੀਆਂ ਪਰਚੀਆਂ ਆ ਰਹੀਆਂ, ਅਸੀਂ ਮੁਆਫੀ ਚਾਹੁੰਦੇ ਹਾਂ ਕਿਉਂਕਿ ਜਿਹੜੇ ਸ਼ਾਇਰ ਬਕਾਇਦਾ 2 ਦਿਨ ਦੇ ਸੀਗੇ ਸਾਡੇ, ਉਹਦੇ ਜਿਹੜੇ ਕੱਲ੍ਹ ਕੁਝ ਮਜਬੂਰੀਆਂ ਕਰਕੇ ਨਹੀਂ ਸੀ ਆ ਸਕੇ, ਉਹ ਸੂਚੀ ਤੋਂ ਬਾਹਰ ਅੱਜ ਪੜ੍ਹਾਏ ਗਏ ਨੇ।
ਹੋਰ ਸਿਰਫ ਇੱਕ ਪੁਰਤਗਾਲ ਤੋਂ ਆਇਆ ਸ਼ਾਇਰ ਪੜ੍ਹਾਇਆ ਆਪਾਂ, ਉਹ ਵੀ ਇਹ ਸੀ ਵੀ ਚਲੋ ਇੰਨੀ ਦੂਰੋਂ ਸ਼ਾਇਰ ਆਇਆ। ਮਾਫੀ ਚਾਹਾਂਗੇ, ਅਗਲੇ ਸਮਾਗਮ 'ਚ ਤੁਹਾਨੂੰ ਜ਼ਰੂਰ ਸ਼ਾਮਲ ਕਰਾਂਗੇ। ਹੁਣ ਡਾਕਟਰ ਜੈਨਿੰਦਰ ਚੌਹਾਨ। ਹਾਜ਼ਰ ਦੋਸਤੋ, ਗੱਲ ਇਹ ਹੈ ਕਿ ਮਹਾਨ ਕੋਸ਼ ਬਾਰੇ ਸਾਰੇ ਤੁਸੀਂ ਜਾਣਦੇ ਹੋ। ਸਭ ਤੋਂ ਪਹਿਲਾਂ ਉਹਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਪੈਸੇ ਖਰਚ ਕੇ ਛਪਵਾਇਆ ਸੀ। ਉਸ ਤੋਂ ਬਾਅਦ ਜਦੋਂ ਭਾਸ਼ਾ ਵਿਭਾਗ ਦਾ ਗਠਨ ਹੋਇਆ ਤਾਂ ਭਾਸ਼ਾ ਵਿਭਾਗ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਮਹਾਨ ਕੋਸ਼ ਛਾਪੇ। 1999 ਵਿੱਚ ਵੀ ਉਹਨਾਂ ਨੇ 10,000 ਕਾਪੀਆਂ ਛਾਪੀਆਂ। 2019 'ਚ ਫਿਰ ਉਹਨਾਂ ਨੇ 15,000 ਕਾਪੀਆਂ ਛਾਪੀਆਂ ਅਤੇ ਉਹਦੇ 10 ਕੁ ਲੱਖ ਦਾ ਖਰਚਾ ਆਉਂਦਾ ਜਿਹੜਾ ਪੰਜਾਬ ਸਰਕਾਰ ਦੇ ਦਿੰਦੀ ਹੈ। ਸਾਡੇ ਪੰਜਾਬੀ ਯੂਨੀਵਰਸਿਟੀ ਦੇ ਬੁੱਧੀਜੀਵੀਆਂ ਨੂੰ ਪਤਾ ਨਹੀਂ ਕੀ ਵਿਚਾਰ ਆਇਆ ਕਿ ਕਿਹਾ ਤਾਂ ਖੈਰ ਚਲੋ ਭਾਈ ਕਾਹਨ ਸਿੰਘ ਦੇ ਪਰਿਵਾਰ ਨਹੀਂ ਸੀ ਕਿ ਇਸ ਨੂੰ ਦੇਵਨਾਗਰੀ ਅਤੇ ਰੋਮਨ ਸਕ੍ਰਿਪਟ 'ਚ ਛਾਪ ਲਿਆ ਜਾਵੇ ਤਾਂ ਕਿ ਹੋਰ ਭਾਸ਼ਾਵਾਂ ਵਾਲੇ ਵੀ ਪੜ੍ਹ ਸਕਣ। ਪਰ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਦਾ ਹਾਲ ਦੇਖੋ ਤੁਸੀਂ। ਜਿਹੜਾ ਦੇਵਨਾਗਰੀ ਛਪਿਆ ਉਹਦਾ ਪਹਿਲਾ ਪੰਨਾ ਖੋਲ੍ਹੋ, ਪਹਿਲੇ ਪੰਨੇ 'ਤੇ 30 ਗਲਤੀਆਂ ਨੇ। ਮਤਲਬ ਮਹਾਨ ਕੋਸ਼ ਦੀ ਉਹਨਾਂ ਨੇ ਬਿਲਕੁਲ ਪੱਟੀ ਮੇਸ ਕਰ ਦਿੱਤੀ ਹੈ ਅਤੇ ਹਾਲੇ ਤੱਕ ਉਹ 5-6 ਸਾਲ ਹੋ ਗਏ ਉਹਨੂੰ ਛਪੇ ਨੂੰ, ਹਾਲੇ ਤੱਕ ਉਹ 'ਚ ਸੁਧਾਰ ਨਹੀਂ ਕੀਤਾ ਗਿਆ। ਸੋ ਅਸੀਂ ਇੱਕ ਮਤਾ ਪੇਸ਼ ਕਰਨ ਲੱਗੇ ਹਾਂ ਕਿ ਇਸ ਨੂੰ ਅਸੀਂ ਪੰਜਾਬ ਸਰਕਾਰ ਨੂੰ ਭੇਜੀਏ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਭੇਜੀਏ ਅਤੇ ਤੁਹਾਡੇ ਤੋਂ ਪ੍ਰਵਾਨਗੀ ਲੈਣੀ ਹੈ। ਮਤਾ ਹੈ ਕਿ 25ਵੇਂ ਸਿਲਵਰ ਜੁਬਲੀ ਨਾਭਾ ਕਵਿਤਾ ਉਤਸਵ 2022 ਮੌਕੇ ਹਾਜ਼ਰ ਕਵੀ, ਸਾਹਿਤਕਾਰ ਅਤੇ ਬੁੱਧੀਜੀਵੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੇਵਨਾਗਰੀ ਅਤੇ ਰੋਮਨ ਲਿਪੀ ਵਿੱਚ ਪ੍ਰਕਾਸ਼ਿਤ ਕੀਤੇ ਭਾਈ ਕਾਹਨ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ ਪਾਈਆਂ ਬਹੁਤ ਸਾਰੀਆਂ ਗਲਤੀਆਂ ਬਾਰੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ ਹੈ। ਸਾਨੂੰ ਇਹ ਦੱਸਦਿਆਂ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮਹਾਨ ਕੋਸ਼ ਆਪਣੇ ਆਪ ਵਿੱਚ ਇੱਕ ਵਿਲੱਖਣ ਰਚਨਾ ਹੈ ਜਿਸ ਨੂੰ ਸਿੱਖ ਸਾਹਿਤ ਦੇ ਐਨਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਇਸ ਮਹਾਨ ਕੋਸ਼ ਬਾਰੇ ਅਸੀਂ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਨੰਬਰ 1, ਇਸ ਗਲਤ ਛਪੇ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ ਅਤੇ ਇੰਟਰਨੈੱਟ ਉੱਪਰੋਂ ਵੀ ਇਸ ਨੂੰ ਹਟਾਇਆ ਜਾਵੇ। ਇਸ ਗਲਤ ਛਪੇ ਕੋਸ਼ ਬਾਰੇ ਡੂੰਘੀ ਪੜਤਾਲ ਕੀਤੀ ਜਾਵੇ ਅਤੇ ਇਸ ਦੇ ਦੋਸ਼ੀਆਂ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਤੀਸਰਾ, ਗਲਤੀਆਂ ਨੂੰ ਸੁਧਾਰਨ ਉਪਰੰਤ ਇਸ ਮਹਾਨ ਕੋਸ਼ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾਵੇ। ਇਹ ਸਾਰਾ ਕਾਜ ਸਮਾਬੱਧ ਤਰੀਕੇ ਨਾਲ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ ਤਾਂ ਕਿ ਇਸ ਮਹਾਨ ਰਚਨਾ ਦਾ ਬਣਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾ ਸਕੇ। ਅਸੀਂ ਪੰਜਾਬੀ ਦੇ ਸਾਰੇ ਬੁੱਧੀਜੀਵੀਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਕਾਰਜ ਵਿੱਚ ਸਾਨੂੰ ਬਣਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਮਹਾਨ ਰਚਨਾ ਦਾ ਬਣਦਾ ਸਤਿਕਾਰ ਬਹਾਲ ਹੋ ਸਕੇ। ਅਤੇ ਤੁਹਾਨੂੰ ਇਹ ਵੀ ਦੱਸਦਾ ਕਿ ਪੰਜਾਬੀ ਯੂਨੀਵਰਸਿਟੀ ਨੇ ਇਹਦੇ ਲਈ 3 ਕਰੋੜ ਰੁਪਏ ਖਰਚੇ ਬੁੱਧੀਜੀਵੀਆਂ ਨੂੰ ਦਿੱਤੇ ਅਤੇ ਉਹਨਾਂ ਨੇ ਸੱਤਿਆਨਾਸ਼ ਕਰਤਾ। ਅਸੀਂ ਇਹ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਭੇਜਣਾ, ਮਤਲਬ ਤੁਹਾਡੇ ਹੱਥ ਖੜ੍ਹੇ ਕਰਾ ਕੇ ਅਸੀਂ ਪ੍ਰਵਾਨਗੀ ਲੈਣੀ ਹੈ। ਇੱਧਰੋਂ ਫੋਟੋ ਲਿਆਓ, ਹੱਥ ਖੜ੍ਹੇ ਕਰਕੇ ਤੁਹਾਡੇ ਤੋਂ ਪ੍ਰਵਾਨਗੀ ਲੈਣੀ ਹੈ। ਬਹੁਤ ਬਹੁਤ ਮਿਹਰਬਾਨੀ। ਇਹ ਮਤਾ ਅਸੀਂ ਹੁਣ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਭੇਜਾਂਗੇ। ਦੀਵਾ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ, ਦੀਵਾ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ। ਉਹ ਝੱਖੜਾ ਤੂੰ ਝੂਲਦਾ ਰਹੀਂ, ਉਹ ਝੱਖੜਾ ਤੂੰ ਝੂਲਦਾ ਰਹੀਂ ਹੋ। ਮੂੰਹ ਬੰਨ ਕੇ ਜ਼ਬਾਨ ਬੰਦ ਰੱਖਣੀ, ਮੂੰਹ ਬੰਨ ਕੇ ਜ਼ਬਾਨ ਬੰਦ ਰੱਖਣੀ। ਓਏ ਇਸੇ ਨੂੰ ਕਰੋਨਾ ਆਖਦੇ, ਓਏ ਇਸੇ ਨੂੰ ਕਰੋਨਾ ਆਖਦੇ ਹੋ। ਹਰ ਮੌਤ ਨੂੰ ਕਰੋਨਾ ਖਾਤੇ ਪਾ ਦਿਓ, ਹਰ ਮੌਤ ਨੂੰ ਕਰੋਨਾ ਖਾਤੇ
ਪਾ ਦਿਓ ਨਿਸ਼ਾਨੇ ਤੇ ਕਿਸਾਨ ਮੋਰਚਾ, ਨਿਸ਼ਾਨੇ ਤੇ ਕਿਸਾਨ ਮੋਰਚਾ ਹੋ। ਕੱਟਾ ਮੁੰਨ ਕੇ ਝਾਂਜਰਾਂ ਪਾਈਆਂ, ਕੱਟਾ ਮੁੰਨ ਕੇ ਝਾਂਜਰਾਂ ਪਾਈਆਂ ਵੀ ਵੋਟਾਂ ਵੇਲੇ ਦਾਨ ਕਰਨਾ, ਉਹ ਵੋਟਾਂ ਵੇਲੇ ਦਾਨ ਕਰਨਾ ਹੋ। ਅਸੀਂ ਧੰਨਵਾਦੀ ਦੌਰੇ ਸ਼ੁਰੂ ਕਰਤੇ, ਅਸੀਂ ਧੰਨਵਾਦੀ ਦੌਰੇ ਸ਼ੁਰੂ ਕਰਤੇ, ਸਕੂਲਾਂ ਵਿੱਚ ਛਾਪੇ ਮਾਰ ਕੇ, ਸਕੂਲਾਂ ਵਿੱਚ ਛਾਪੇ ਮਾਰ ਕੇ ਹੋ। ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ, ਬੀਜ ਖੋਲੇ ਖੇਤਾਂ ਦੇ ਪੁੱਤਾਂ ਕੋਲੋਂ ਵੀ ਤਿਆਰੀ ਹੈ ਜ਼ਮੀਨਾਂ ਖੋਣ ਦੀ, ਉਹ ਤਿਆਰੀ ਹੈ ਜ਼ਮੀਨਾਂ ਖੋਣ ਦੀ ਹੋ। 7 ਬੈਂਡ ਵਾਲੀ ਕੁੜੀ ਪੌੜੀ ਬਣ ਜੇ, 7 ਬੈਂਡ ਵਾਲੀ ਕੁੜੀ ਪੌੜੀ ਬਣ ਜੇ ਵੀ ਮੁੰਡੇ ਨੂੰ ਚੜਾਉਣਾ ਜਹਾਜ਼ ਤੇ, ਉਹ ਮੁੰਡੇ ਨੂੰ ਚੜਾਉਣਾ ਜਹਾਜ਼ ਤੇ ਹੋ। ਕੁੱਤੇ ਸਾਂਭਦੇ ਡਿਗਰੀਆਂ ਵਾਲੇ, ਕੁੱਤੇ ਸਾਂਭਦੇ ਡਿਗਰੀਆਂ ਵਾਲੇ ਬਈ ਰਾਜ ਭਾਗ ਸਾਧ ਸਾਂਭਦੇ, ਉਹ ਰਾਜ ਭਾਗ ਸਾਧ ਸਾਂਭਦੇ ਹੋ। ਸਹੁੰ ਚੁੱਕਦੇ ਅੰਗਰੇਜ਼ੀ ਵਿੱਚ ਜਿੱਤ ਕੇ, ਸਹੁੰ ਚੁੱਕਦੇ ਅੰਗਰੇਜ਼ੀ ਵਿੱਚ ਜਿੱਤ ਕੇ ਪੰਜਾਬੀ ਵਿੱਚ ਵੋਟਾਂ ਮੰਗਦੇ, ਪੰਜਾਬੀ ਵਿੱਚ ਵੋਟਾਂ ਭਾਲਦੇ ਹੋ। ਜਦੋਂ ਕਬਰਾਂ 'ਚ ਲੱਤਾਂ ਹੋਈਆਂ ਸਾਡੀਆਂ, ਜਦੋਂ ਕਬਰਾਂ 'ਚ ਲੱਤਾਂ ਹੋਈਆਂ ਸਾਡੀਆਂ, ਉਹ ਲੱਤ ਮਾਰੀ ਪੈਨਸ਼ਨ ਨੂੰ, ਉਹ ਲੱਤ ਮਾਰੀ ਪੈਨਸ਼ਨ ਨੂੰ ਹੋ। ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ, ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ ਨੀ ਜੰਮੂ ਕਸ਼ਮੀਰ ਦੀ ਤਰ੍ਹਾਂ, ਉਹ ਜੰਮੂ ਕਸ਼ਮੀਰ ਦੀ ਤਰ੍ਹਾਂ ਹੋ। ਰੋਡਵੇਜ ਦੀ ਲਾਰੀ ਨੂੰ ਖੂੰਜੇ ਲਾ ਕੇ, ਰੋਡਵੇਜ ਦੀ ਲਾਰੀ ਨੂੰ ਖੂੰਜੇ ਲਾ ਕੇ ਵੀ ਪਾਣੀ ਵਾਲੀ ਬੱਸ ਆ ਗਈ, ਉਹ ਪਾਣੀ ਵਾਲੀ ਬੱਸ ਆ ਗਈ ਹੋ। ਦਿਲ ਜਿੱਤਣਾ ਭਾਵੇਂ ਨਹੀਂ ਸਾਨੂੰ ਆਉਂਦਾ, ਦਿਲ ਜਿੱਤਣਾ ਭਾਵੇਂ ਨਹੀਂ ਸਾਨੂੰ ਆਉਂਦਾ ਵੀ ਵੋਟਾਂ ਵੇਲੇ ਜਿੱਤ ਜਾਈਦਾ, ਉਹ ਵੋਟਾਂ ਵੇਲੇ ਜਿੱਤ ਜਾਈਦਾ ਹੋ। ਸਾਡੇ ਨਰਮੇ ਨੂੰ ਟਿੰਡਾ ਭਾਵੇਂ ਲੱਗੇ ਨਾ, ਸਾਡੇ ਨਰਮੇ ਨੂੰ ਟਿੰਡਾ ਭਾਵੇਂ ਲੱਗੇ ਨਾ ਵੀ ਬਾਬੇ ਦੀ ਫਿਲਮ ਲੱਗ ਜੇ, ਉਹ ਬਾਬੇ ਦੀ ਫਿਲਮ ਲੱਗ ਜੇ ਹੋ। ਆਓ ਮਨਾਂ ਚੋਂ ਹਨੇਰਾ ਦੂਰ ਕਰੀਏ, ਆਓ ਮਨਾਂ ਚੋਂ ਹਨੇਰਾ ਦੂਰ ਕਰੀਏ ਵੀ ਚੇਤਨਾ ਦੇ ਦੀਵੇ ਬਾਲ ਕੇ, ਉਹ ਚੇਤਨਾ ਦੇ ਦੀਵੇ ਬਾਲ ਕੇ ਹੋ। ਉਹ ਚੇਤਨਾ ਦੇ ਦੀਵੇ ਬਾਲ ਕੇ, ਉਹ ਚੇਤਨਾ ਦੇ ਦੀਵੇ ਬਾਲ ਕੇ ਹੋ। ਧੰਨਵਾਦ। ਡਾਕਟਰ ਦੀਪਕ ਮਨਮੋਹਨ ਗੱਲਾਂ ਕਰਨਗੇ, ਪਰ ਦਰਸ਼ਨ ਢਿੱਲੋਂ ਚਰਚਾ ਮੈਗਜ਼ੀਨ ਦੇ ਸੰਪਾਦਕ ਕੁਝ ਸਮੇਂ ਲਈ ਤੁਹਾਡੇ ਰੂਬਰੂ ਹੋ ਰਹੇ ਨੇ। ਦਰਸ਼ਨ ਢਿੱਲੋਂ। ਸੋ ਦੂਜੀ ਗੱਲ ਥੋੜ੍ਹੀ ਜਿਹੀ ਮੈਂ ਗੰਭੀਰ ਹੋ ਕੇ ਕਰਨੀ ਚਾਹੁੰਦਾ ਹਾਂ, ਜੋ ਮੈਂ ਲਗਾਤਾਰ ਕਰ ਰਿਹਾ ਹਾਂ, ਮੈਂ ਆਪਣੇ ਮੁਲਕ 'ਚ ਵੀ ਕਰ ਰਿਹਾ ਹਾਂ, ਮੈਂ ਉੱਥੋਂ ਦੀ ਰਾਜਨੀਤੀ ਦੇ ਵਿੱਚ ਸਰਗਰਮ ਹਾਂ। ਮੈਂ ਇੱਕ ਭੈੜਾ ਜਿਹਾ ਫਰੇਜ਼ ਵੀ ਵਰਤਣ ਲੱਗਿਆ, ਅਸੀਂ ਯੂਕਰੇਨ ਦੀਆਂ ਹਮਲੇ ਬਾਰੇ ਮੋਰ ਔਰ ਲੈਸ ਬਹੁਤੇ ਕਲਮਕਾਰ ਅਮਨ ਦੀ ਗੱਲ ਕਰੀ ਜਾਂਦੇ ਆ। ਮਾਫ ਕਰਨਾ, ਇੱਥੇ ਯੂਕਰੇਨ ਦੀਆਂ ਚਿੜੀਆਂ ਦੀ ਵੀ ਗੱਲ ਹੋਈ, ਧੀਆਂ ਭੈਣਾਂ ਦੀ ਗੱਲ ਹੋਈ,
ਬੱਚਿਆਂ ਦੇ ਮਰਨ ਦੀ ਗੱਲ ਹੋਈ, ਬਹੁਤ ਮਾੜਾ ਹੈ। ਜੰਗ ਦਾ ਲੱਗਣਾ ਕਿਤੇ ਵੀ ਮਾੜਾ ਹੈ। ਸਾਹ ਲੈਣ ਵਾਲੀ ਹਰ ਚੀਜ਼ ਦਾ ਕਿਤੇ ਵੀ ਮਰ ਜਾਣਾ ਮਾੜਾ ਹੈ। ਪਰ ਕਈ ਵਾਰੀ ਅਮਨ ਦੀ ਸਥਾਪਤੀ ਦੇ ਲਈ ਜੰਗ ਜ਼ਰੂਰੀ ਹੋ ਜਾਂਦਾ ਹੈ। ਕਈ ਕਲਮਕਾਰ ਇੰਟਰਨੈਸ਼ਨਲ ਤੌਰ ਤੇ ਇੱਥੇ ਹੀ ਨਹੀਂ, ਮਾਫ ਕਰਨਾ ਮੈਂ ਗੱਲ ਕਹਿਣ ਲੱਗਿਆ ਹਾਂ, ਨਲੀਆਂ ਹੀ ਸਿੱਟੀ ਜਾਂਦੇ ਨੇ। ਗੱਲ ਹੁਣ ਇਹ ਬਣੀ ਪਈ ਹੈ ਕਿ ਜੇ USSR ਦੇ 15 ਟੁਕੜੇ ਹੋ ਗਏ ਤਾਂ ਨੈਟੋ ਨੂੰ ਕਿਉਂ ਨਹੀਂ ਤੋੜਿਆ ਗਿਆ? ਜੇ ਕੋਈ ਤੁਹਾਡੇ ਗੁਆਂਢ ਦੇ ਵਿੱਚ ਖਾਲੀ ਪਏ ਪਲਾਟ ਦੇ ਵਿੱਚ ਸ਼ਰਾਬ ਦੀ ਭੱਠੀ ਲਾਉਣਾ ਚਾਹੁੰਦਾ ਹੈ, ਉਸ ਨੂੰ ਕਿਉਂ ਨਾ ਰੋਕਿਆ ਜਾਵੇ? ਇਸ ਦੇ ਨਾਲ ਹੀ ਮੈਂ ਜ਼ਿਆਦਾ ਨਾ ਗੱਲਾਂ ਕਰਦਾ ਹੋਇਆ, ਇਸ ਦੇ ਨਾਲ ਹੀ ਮੋਟੀ ਜੀ ਝਟਕੀ ਜੀ ਗੱਲ ਹੈ, ਜ਼ਿਆਦਾ ਦੇਰ ਕੰਗੂਰੇ ਮਾਰ ਕੇ ਵਿਹੜੇ ਚੋਂ ਲੰਘਣ ਨਹੀਂ ਦਿੱਤਾ ਜਾ ਸਕਦਾ। ਇਸ ਕਰਕੇ ਉਦੋਂ ਬੋਲੇ ਆ ਜਾਂ ਨਹੀਂ ਬੋਲੇ, ਜਦੋਂ ਕੋਈ ਅਫਗਾਨਿਸਤਾਨ ਦੇ ਵਿੱਚ ਦੰਦ ਲਾਉਂਦਾ ਸੀ, ਇਰਾਕ ਦੇ ਵਿੱਚ ਦੰਦ ਲਾਉਂਦਾ ਸੀ, ਇੰਡੋਨੇਸ਼ੀਆ ਦੇ ਵਿੱਚ ਦੰਦ ਲਾਉਂਦਾ ਸੀ, ਤਾਇਵਾਨ ਦੇ ਵਿੱਚ ਦੰਦ ਲਾਉਂਦਾ ਸੀ, ਐਲ ਸਲਵਾਡੋਰ ਦੇ ਵਿੱਚ ਦੰਦ ਲਾਉਂਦਾ ਸੀ, ਚਿੱਲੀ ਨੂੰ ਦਿੱਲੀ ਬਣਾਉਣਾ ਚਾਹੁੰਦਾ ਸੀ, ਹੋਰ ਤਾਂ ਹੋਰ ਜਦੋਂ ਉਹਦਾ 7ਵਾਂ ਬੇੜਾ ਵੀ ਤੁਹਾਡੇ ਦੇਸ਼ ਵੱਲ ਤੁਰ ਪਿਆ ਸੀ। ਸੋ ਕਲਮਦਾਨੋ, ਕਲਮਕਾਰੋ, ਜ਼ਿਆਦਾ ਭੈਣ ਜੀ ਕਰਨ ਦੀ ਲੋੜ ਨਹੀਂ। ਜਦੋਂ ਵੀ ਖੜਨਾ ਹੈ ਉਸ ਦੇ ਹੱਕ 'ਚ ਖੜੋ ਜਿਸ ਦਾ ਹੱਕ ਹੋਵੇ। ਤੇ ਇੱਕ ਮੈਂ ਆਪਣੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਮੈਗਜ਼ੀਨ ਤੁਹਾਡੇ ਸਾਹਮਣੇ ਹੈ, ਬਹੁਤਿਆਂ ਨੂੰ ਆਉਂਦਾ ਹੈ, ਵਿਦੇਸ਼ਾਂ ਵਿੱਚ ਵਖਦਾ ਹੈ। ਜਿਸ ਪਾਸ ਨਹੀਂ ਪਹੁੰਚਦਾ ਉਹ ਮੈਨੂੰ ਬਾਹਰ ਆਪਣਾ ਐਡਰੈਸ ਜਾਂ ਟੈਲੀਫੋਨ ਦੇਣ ਦੀ ਕਿਰਪਾ ਕਰੇ। ਧੰਨਵਾਦ ਤੇ ਸਾਰੇ ਪ੍ਰਬੰਧਕਾਂ ਦੀ ਮਿਹਰਬਾਨੀ। डॉक्टर दीपक मनमोहन जी। पंछी साहब बैठे ने थे। पंछी साहब, मैं एक उर्दू का शेर बोलने लगा, कोई गलती हुई तो ना दस्यो ना किसी ने। हाँ, जिस शहर में कविता का चलन आम हो जावे, उस शहर का बाशिंदा शरीफाना लगे। हाँ दोस्तों, कविता बारे, कविता की भूमिका बारे मोहन जी तो उन्होंने बड़ी सोहनी नज़म सुनाई। मैं सिर्फ इन्ना कहांगा कि कविता बंदे नूं शरीफ बनाउंदी है, कविता बंदे नूं खूबसूरत बनाउंदी है, कविता बंदे नूं बलवान बनाउंदी है। और नाभा कविता उत्सव ने यह साबित कर दिता है, ਜਿਹੜੇ ਗੈਰ ਕਵੀ ਜਿਨ੍ਹਾਂ ਨੂੰ ਕਵਿਤਾ ਵਿੱਚ ਕੋਈ ਦਿਲਚਸਪੀ ਨਹੀਂ ਹੈ, ਉਹਨਾਂ ਨੇ ਜਿਹੜੀਆਂ ਚਾਲੂ ਜੀਆਂ ਗੱਲਾਂ ਕੀਤੀਆਂ ਹੋਈਆਂ ਨੇ ਕਿ ਬੰਦਾ ਆਪਣੀ ਕਵਿਤਾ ਸੁਣਾ ਕੇ ਭੱਜ ਗਿਆ, ਚਲਾ ਗਿਆ, ਅਤੇ ਦੂਸਰਾ ਜਿਹੜਾ ਸੁਣਾਉਣ ਵਾਲਾ ਉਹਦੇ ਮਗਰ ਭੱਜਿਆ ਜਾ ਰਿਹਾ ਹੈ। ਇੱਥੇ ਨਾ ਕੋਈ ਕਵਿਤਾ ਸੁਣਾ ਕੇ ਭੱਜਿਆ ਅਤੇ ਨਾ ਆਪਣੀ ਸੁਣਾਉਣ ਵਾਸਤੇ ਉਹਦੇ ਮਗਰ ਭੱਜਿਆ। ਦੂਸਰੀ ਗੱਲ ਜਿਹੜੀ ਇਹਨਾਂ ਨੇ ਝੂਠੀ ਕੀਤੀ ਹੈ ਕਵਿਤਾ ਉਤਸਵ ਵਾਲਿਆਂ ਨੂੰ, ਇਹ ਆਮ ਇਹ ਬੰਦੇ ਇਹਨਾਂ ਦੀ ਗੱਲ ਕਹਿੰਦੇ ਨੇ ਕਿ 20 ਕਵੀਆਂ ਨੂੰ ਸੁਣ ਕੇ ਬੰਦਾ ਪਾਗਲ ਹੋ ਜਾਂਦਾ, ਤੇ ਇੱਥੇ 100 ਬੰਦੇ ਨੂੰ ਬੰਦਾ ਸੁਣ ਕੇ ਸਾਰੇ ਉਸੇ ਤਰ੍ਹਾਂ ਬੈਠੇ ਨੇ। ਸੋ ਜਿਸ ਤਰ੍ਹਾਂ ਦਾ ਇਹ ਕਵਿਤਾ ਉਤਸਵ 25 ਸਾਲ ਤੋਂ ਹੋ ਰਿਹਾ ਹੈ, ਆਪਾਂ ਸਾਰੇ ਰਲ ਕੇ ਦੁਆ ਕਰੀਏ ਕਿ ਇਹ 25 ਸਾਲ ਹੋਰ ਚੱਲਦਾ ਰਹੇ। ਤੇ ਔਰ ਜਿਹੜੀ ਦਰਸ਼ਨ ਗੁੱਟਰ ਦੀ ਟੀਮ ਹੈ, ਇਹਦੇ ਸਹਿਯੋਗੀ ਨੇ, ਉਹ ਇਹਦੇ ਨਾਲ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ। ਤੁਸੀਂ ਵੀ ਇੱਦਾਂ ਹੀ ਆਉਂਦੇ ਰਹੋ ਤੇ ਆਪਾਂ ਸਾਰੇ ਵੀ ਆਉਂਦੇ ਰਹੀਏ ਤੇ ਕਵੀ ਲੋਕ ਵੀ ਆਉਂਦੇ ਰਹਿਣ। ਕਵੀ ਤੇ ਜ਼ਿਆਦਾ ਕੁਛ ਜਿਹੜੀਆਂ ਇਹਨਾਂ ਨੇ ਕਿਹਾ ਕਿ ਲਾਹੌਰ ਦੀਆਂ ਗੱਲਾਂ ਸੁਣਾਈਆਂ, ਉਹ ਵਕਤ ਕਦੇ ਫੇਰ ਆਏਗਾ, ਖੁੱਲ੍ਹੀਆਂ ਗੱਲਾਂ ਕਰਾਂਗੇ, ਬੈਠਾਂਗੇ ਕਿਸ ਤਰ੍ਹਾਂ ਅਸੀਂ ਲਾਹੌਰ ਦੇ ਵਿੱਚ ਦਿਨ ਗੁਜ਼ਾਰੇ। ਅਸੀਂ ਬਹੁਤ ਵਾਰ ਗਏ ਹਾਂ, 15 ਸਾਡੇ 20 ਗੇੜੇ ਲੱਗੇ ਨੇ ਲਾਹੌਰ। ਸੋ ਉਹ ਗੱਲਾਂ ਕਦੇ ਫੇਰ ਕਰਾਂਗੇ। ਔਰ ਮੈਂ
ਤੁਹਾਡੇ ਸਾਰਿਆਂ ਦਾ ਇਹ ਸਬਰ ਔਰ ਸੰਤੋਖ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਬਾਕੀ ਗੱਲਾਂ ਕਦੇ ਫੇਰ। ਧੰਨਵਾਦ। Subscribe now and press the bell icon. Never miss an update.